ਜੇਕਰ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਹੈ, ਸੇਵਕ ਕੇ ਭਰਪੂਰ ਚੁੱਕ ਚੁੱਕ ਵਾਹਿਗੁਰੂ ਤੇਰਾ ਸਭ ਸਦਕਾ। ਸਾਨੂੰ ਸ਼ੁਕਰਾਨਾ ਕਰਨ ਦੀ ਜਿਹੜੀ ਸੇਧ ਹੈ ਉਹ ਗੁਰਬਾਣੀ ਵਿੱਚ ਮਿਲਦੀ ਹੈ, ਪਰ ਤਦ ਵੀ ਹਰ ਮਨੁੱਖ ਨੇ ਆਪਣੇ ਹਿਸਾਬ ਨਾਲ ਸ਼ੁਕਰਾਨਾ ਕਰਨ ਦਾ ਇੱਕ ਤਰੀਕਾ ਲੱਭਿਆ ਹੋਇਆ ਹੈ। ਜੇਕਰ ਅਸੀਂ ਦੁਨਿਆਵੀ ਪੱਧਰ ਤੇ ਗੱਲ ਕਰਨੇ ਹਾਂ ਤੇ ਅਸੀਂ ਦੇਖਦੇ ਹਾਂ, ਜੇਕਰ ਸਾਡੇ ਨਾਲ ਕੋਈ ਚੰਗਾ ਕੰਮ ਕਰ ਦਿੰਦਾ ਹੈ, ਸਾਡੀ ਮਦਦ ਕਰ ਦਿੰਦਾ ਹੈ, ਅਸੀਂ ਉਹਦਾ ਥੈਂਕਸ ਕਰਦੇ ਹਾਂ। ਪਰ ਜੇਕਰ ਅਸੀਂ ਡਾਕਟਰ ਦੀ ਗੱਲ ਕਰ ਲਈਏ, ਜੇਕਰ ਡਾਕਟਰ ਸਾਡੀ ਅੱਖਾਂ ਨੂੰ ਠੀਕ ਕਰਦਾ ਹੈ ਤੇ ਅਸੀਂ ਉਹਨੂੰ ਸ਼ੁਕਰਾਨਾ ਕਰਨੇ ਹਾਂ, ਪਰ ਜਿਹਨੇ ਸਾਨੂੰ ਅੱਖਾਂ ਹੀ ਦਿੱਤੀਆਂ ਨੇ, ਕਦੀ ਅਸੀਂ ਉਹਦਾ ਸ਼ੁਕਰਾਨਾ ਕੀਤਾ ਹੈ? ਇਹ ਸਮਝਣ ਦੀ ਲੋੜ ਹੈ ਕਿ ਜਿਹੜੇ ਦਾਤਾ ਦੇਣ ਵਾਲਾ ਪਰਮ ਪਿਤਾ ਪਰਮੇਸ਼ਰ ਹੈ, ਉਸ ਦਾ ਸ਼ੁਕਰਾਨਾ ਕਿਵੇਂ ਕਰੀਏ। ਤੇ ਅੱਜ ਇਹੀ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਨਾਲ ਮੌਜੂਦ ਹੈ ਜਸਵੀਰ ਕੌਰ ਜੀ। ਤੇ ਜਸਵੀਰ ਕੌਰ ਜੀ, ਜਿਸ ਤਰ੍ਹਾਂ ਦਾ ਅੱਜ ਵਿਸ਼ਾ ਹੈ, ਦੇਖਿਆ ਜਾਏ ਸ਼ੁਕਰਾਨਾ ਦੀ ਭਾਵਨਾ ਖੇੜੇ ਤੋਂ ਵੀ ਸੰਬੰਧਿਤ ਹੈ, ਕਿਤੇ ਨਾ ਕਿਤੇ ਮਨ ਦਾ ਖੇੜਾ, ਮਨ ਦੀ ਖੁਸ਼ੀ। ਪਰ ਹੁਣ ਅਸੀਂ ਗੁਰਮਤਿ ਦੇ ਅਨੁਸਾਰ ਇਸ ਦੀ ਪਰਿਭਾਸ਼ਾ ਵੱਲ ਚੱਲਨੇ ਹਾਂ ਤੇ ਸਾਨੂੰ ਕੀ ਸਮਝ ਆਉਂਦਾ ਹੈ? ਹਾਂ, ਜਿਵੇਂ ਬੱਚੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਰ ਵੇਲੇ ਆਮ ਦੁਨੀਆ ਵਿੱਚ ਸੁਣਦੇ ਹਾਂ ਕਿ ਜ਼ਰੂਰਤ ਵੇਲੇ ਸਾਨੂੰ ਕੋਈ ਚੀਜ਼, ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਸੀ ਉਹ ਮਿਲ ਗਈ ਤੇ ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ ਜੀ। ਫਿਰ ਅਸੀਂ ਉਹ ਡਾਕਟਰ ਦੀ ਗੱਲ ਕਿ ਜਿਹਨੇ ਸਾਨੂੰ ਠੀਕ ਕੀਤਾ, ਜਾਂ ਕਿਸੇ ਨੇ ਡੁੱਬਦੇ ਹੋਏ ਨੂੰ ਬਚਾਇਆ, ਮਰਦੇ ਹੋਏ ਨੂੰ ਬਚਾ ਦਿੱਤਾ, ਭੁੱਖ ਲੱਗੀ ਹੋਈ ਸੀ, ਭੁੱਖ 'ਚ ਮਰ ਰਿਹਾ ਸੀ, ਭੁੱਖ ਤੋਂ ਮਰਦੇ ਹੋਏ ਨੂੰ ਮੈਨੂੰ ਬਚਾਇਆ, ਮੈਂ ਪਾਣੀ 'ਚ ਡੁੱਬ ਰਿਹਾ ਸੀ। ਬਹੁਤ ਵੱਡੇ ਵੱਡੇ ਸ਼ੁਕਰਾਨੇ ਅਸੀਂ ਦੁਨੀਆ ਵਿੱਚ ਸੁਣਦੇ ਹਾਂ, ਪਰ ਕੀ ਇਹ ਸੱਚਾ ਸ਼ੁਕਰਾਨਾ ਹੈ? ਇਹੀ ਲੱਭਣਾ ਹੈ। ਇੱਕ ਸ਼ੁਕਰਾਨਾ ਅਸੀਂ ਮਾਤਾ ਪਿਤਾ ਦਾ ਕਰਦੇ ਹਾਂ ਕਿ ਮਾਤਾ ਪਿਤਾ ਨੇ ਬੱਚਿਆਂ ਨੂੰ ਕੀ ਕੀਤਾ, ਪੜ੍ਹਾਇਆ, ਲਿਖਾਇਆ, ਜਵਾਨ ਕੀਤਾ, ਕਮਾਣ ਯੋਗ ਕੀਤਾ, ਤੇ ਉਹਨਾਂ ਮਾਤਾ ਪਿਤਾ ਦਾ ਸ਼ੁਕਰਾਨਾ। ਪਰ ਗੁਰਬਾਣੀ ਸਾਨੂੰ ਸੱਚਾ ਸ਼ੁਕਰਾਨਾ ਕਰਨ ਦੀ ਜਾਚ ਦੱਸਦੀ ਹੈ। ਪਰ ਜਿਸ ਤਰ੍ਹਾਂ ਤੁਸੀਂ ਗੁਰਬਾਣੀ ਦੀ ਮਹਿਮਾ ਜਾਣਦੇ ਹੋ, ਗੁਰਬਾਣੀ ਦਾ ਹਰ ਗੱਲ ਸਮਝਾਉਣ ਦਾ ਤਰੀਕਾ ਬੜਾ ਹੀ ਅਨੋਖਾ, ਵਿਰਾਲਾ, ਇੱਕ ਡਿਫਰੈਂਟ ਹੈ ਕਿ ਗੁਰਬਾਣੀ ਵਿੱਚ ਜਿਹੜੀ ਵੀ ਗੱਲ ਗੁਰੂ ਪਾਤਸ਼ਾਹ ਸਮਝਾਉਣਾ ਚਾਹੁੰਦੇ ਨੇ, ਉਹਦਾ ਬੜਾ ਹੀ ਸੌਖਾ ਤਰੀਕਾ ਹੈ। ਜਦੋਂ ਗੁਰਬਾਣੀ 'ਚ ਸਾਨੂੰ ਗੁਰੂ ਪਾਤਸ਼ਾਹ ਦਰਸ਼ਨ ਦੀ ਗੱਲ ਸਮਝਾਉਣਾ ਚਾਹੁੰਦੇ ਨੇ ਤੇ ਫਿਰ ਮਨ ਨੂੰ ਕੀ ਕਰਾਉਂਦੇ ਨੇ? ਉਹਨੂੰ ਸੁੱਤੇ ਹੋਏ ਦਾ ਅਹਿਸਾਸ ਕਰਾਉਂਦੇ ਨੇ। ਸ਼ਬਦ ਹੈ, ਦਰਸ਼ਨ ਕੋ ਲੋਚੇ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਤੇ ਗੁਰੂ ਪਾਤਸ਼ਾਹ ਅੱਗੇ ਗੱਲ ਕਿਵੇਂ ਸ਼ੁਰੂ ਕਰਦੇ ਨੇ? ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ? ਦਰਸ਼ਨ ਕਰਾਣੇ ਨੇ, ਨੀਂਦ ਦਾ, ਸੁੱਤੇਪਨ ਦਾ ਅਹਿਸਾਸ ਕਰਾਉਂਦੇ ਨੇ। ਇਸ ਤਰ੍ਹਾਂ ਹੀ ਜਦੋਂ ਗੁਰੂ ਪਾਤਸ਼ਾਹ ਸਾਨੂੰ ਸ਼ੁਕਰਾਨੇ ਦੀ ਜਾਚ ਸਿਖਾਉਣਾ ਚਾਹੁੰਦੇ ਨੇ ਤੇ ਕੀ ਕਰਦੇ ਨੇ? ਸਾਡਾ ਧਿਆਨ ਸਾਡੀ ਅਕਿਰਤ ਕੰਤਾ ਵੱਲ ਪਾਉਂਦੇ ਨੇ। ਜਦੋਂ ਸਾਨੂੰ ਅਕਿਰਤ ਕੰਤਾ ਦਾ ਪਤਾ ਲੱਗ ਜਾਂਦਾ, ਮੈਂ ਨਾ ਸ਼ੁਕਰਾ ਕਦੋਂ ਆ, ਤਾਂ ਹੀ ਮੈਂ ਸ਼ੁਕਰਾਨਾ ਕਰਨ ਦੀ ਜਾਚ ਸਿੱਖ ਸਕਦਾ ਹਾਂ। ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਸ਼ਬਦ ਵਿੱਚ ਕਹਿੰਦੇ ਨੇ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਪਾਲੈ ਅਕਿਰਤ ਕਰਾਂ, ਪੂਰਨ ਦ੍ਰਿਸ਼ਟ ਤੇਰੀ ਰਾਮ। ਇਸ ਸ਼ਬਦ ਵਿੱਚ ਗੁਰੂ ਪਾਤਸ਼ਾਹ ਸਾਡੀ ਅਕਿਰਤ ਕੰਤਾ ਦੇ ਲੱਛਣ ਦਿਖਾਉਂਦੇ ਨੇ, ਸਾਨੂੰ ਉਹ ਚਿੰਨ੍ਹ ਦਿਖਾਉਂਦੇ ਨੇ ਕਿ ਮੈਂ ਕਦੋਂ ਅਕਿਰਤ ਕਰਨ ਹਾਂ। ਕੀ ਕਹਿੰਦੇ ਗੁਰੂ ਪਾਤਸ਼ਾਹ? ਰਤਨ ਤਿਆਗ ਸੰਗ੍ਰਹਨ ਕੋਟੀ, ਪਸ਼ੂ ਨੀਚ ਇਆਨਾ। ਮੇਰੀ ਅਕਿਰਤ ਕੰਤਾ ਕੀ ਹੈ? ਜਦੋਂ ਮੈਂ ਰਤਨ ਤਿਆਗਦਾ ਹਾਂ ਤੇ ਇਕੱਠੇ ਕੀ ਕਰ ਰਿਹਾ? ਕੌਡੀਆਂ। ਯਾਨੀ ਰਤਨ ਤੋਂ ਭਾਵ ਜਿਹੜਾ, ਜੇਕਰ ਅਸੀਂ ਰਤਨ ਦੀ ਗੱਲ ਕਰਨੇ ਆ, ਇੱਥੇ ਰਤਨ ਕਿਸ ਨੂੰ ਕਿਹਾ ਗਿਆ ਹੈ? ਇਹੀ ਫਿਰ ਗੁਰਬਾਣੀ ਹਰ ਲਫ਼ਜ਼ ਦਾ ਮਾਇਨਾ ਆਪਣੇ ਅੰਦਰ ਸੰਯੋਗ ਕੇ ਸਾਨੂੰ ਪਰੋ ਕੇ ਦੱਸਦੀ ਜੀ। ਰਤਨ ਗੁਰੂ ਪਾਤਸ਼ਾਹ ਸਾਨੂੰ ਬੜੇ ਕਲੀਅਰ, ਅਸੀਂ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹਨੇ ਆ, ਮੱਤ ਵਿੱਚ ਰਤਨ ਜਵਾਹਰ। ਰਤਨ ਕੀ ਨੇ? ਰਤਨਾ ਰੂਪੀ ਗੁਣ। ਜੀ। ਉਹ ਗੁਣ ਜਿਹੜੇ ਤੈਨੂੰ ਲਿਸ਼ਕਾ ਦਿੰਦੇ ਨੇ, ਤੈਨੂੰ ਖਾਲੀ ਸਾਫ਼ ਹੀ ਨਹੀਂ ਕਰਦੇ, ਚਮਕਾ ਦਿੰਦੇ ਨੇ, ਨਿਤ ਨਵਾਂ ਨਰੋਆ ਕਰਦੇ। ਸਾਹਿਬ ਮੇਰਾ ਨੀਤ ਨਵਾਂ ਤੋਂ ਕੀ ਭਾਵ ਹੈ? ਹਰ ਵੇਲੇ ਨਿਤ ਨਵਾਂ ਗੁਣ ਦੇ ਕੇ ਇਸ ਮਨ ਦੀ ਮੈਲ ਹੀ ਨਹੀਂ ਉਤਾਰ ਦਿੱਤਾ, ਬਸ ਲਿਸ਼ਕਾ ਹੀ ਦਿੱਤਾ ਨਵਾਂ। ਜੀ। ਰਤਨ ਚਮਕਦਾ ਹੋਇਆ। ਹੋਰ ਗੁਰੂ ਪਾਤਸ਼ਾਹ ਖੋਲ ਕੇ ਦੱਸਦੇ ਨੇ ਸੁਖਮਨੀ ਸਾਹਿਬ ਵਿੱਚ, ਕਹਿੰਦੇ ਨੇ ਰਤਨ ਤਿਆਗ ਕੌਡੀ ਸੰਗ ਰਚੇ। ਰਤਨ ਕੀ ਹੈ? ਸਾਚ। ਨਾਲ ਮੀਨਿੰਗ ਨੇ, ਸਾਚ ਛੋੜ ਝੂਠ ਸੰਗ ਮਚੇ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਹੋਵਨ ਸੋ ਦੂਰ ਪਰਾਨੇ। ਹੈ ਕੌਣ? ਪਰਮਾਤਮਾ ਤੇਰੇ ਦੂਰ ਹੈ। ਰਤਨ ਗੁਣ ਨੇ।
ਰਤਨਾ ਰੂਪੀ ਅਮੁੱਲਕ ਰਤਨ ਗੁਣ ਉਹ ਤੇ ਤੂੰ ਛੱਡ ਦੇਣਾ ਹੈ। ਇਕੱਠੇ ਕੀ ਕਰਨਾ ਹੈ? ਫਿਰ ਕੌਡੀਆਂ ਕੀ ਨੇ? ਆਉਗਣ ਰਤਨ ਤਿਆਗ ਕੌਡੀ ਸੰਗ ਰਚੇ, ਰਤਨ ਸੱਚ ਹੈ, ਰਤਨ ਚੰਦਨ ਹੈ, ਚੰਦਨ ਲੇਪ ਉਤਾਰੇ ਤੋਏ। ਪਰ ਕਰਦਾ ਕੀ ਹੈ? ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹੈ। ਜਿਨ੍ਹਾਂ ਔਗੁਣਾ ਨੇ ਤੇਰਾ ਸਾਥ ਨਹੀਂ ਦੇਣਾ। ਕਦੋਂ? ਜੀਵਨ ਦੇ ਸਫ਼ਰ ਵਿੱਚ। ਜਦੋਂ ਜੀਵਨ ਦੇ ਸਫ਼ਰ ਵਿੱਚ ਚਲਦੇ ਆ, ਸਾਹਮਣੇ ਸਿਚੁਏਸ਼ਨ ਆਈ ਹੈ, ਇੱਕ ਮੌਕਾ ਆਇਆ ਹੈ, ਸਾਰਿਆਂ ਪਾਸੋਂ ਗੁੱਸਾ ਆਈ ਜਾ ਰਿਹਾ ਹੈ, ਕ੍ਰੋਧ ਦੀਆਂ ਲਹਿਰਾਂ ਆ ਰਹੀਆਂ ਨੇ, ਲੋਭ ਦੀਆਂ ਲਹਿਰਾਂ ਦੁਨੀਆ ਵਿੱਚ ਫੈਲ ਰਹੀਆਂ। ਇਹਦੇ ਕੋਲ ਦੋ ਚੁਆਇਸ ਨੇ, ਮੈਂ ਸਾਹਮਣੇ ਵਾਲੇ ਦਾ ਕ੍ਰੋਧ ਲੈਣਾ ਹੈ ਜਾਂ ਗੁਰੂ ਕੋਲੋਂ ਧੀਰਜ ਲੈ ਕੇ ਕ੍ਰੋਧ ਨੂੰ ਸਹਾਰਨ ਦਾ ਬਲ ਲੈਣਾ ਹੈ, ਕ੍ਰੋਧ ਤੋਂ ਨਿਰਲੇਪ ਰਹਿਣਾ ਹੈ। ਕੀ ਲੱਭੇਗਾ? ਕ੍ਰੋਧ ਜਾਂ ਧੀਰਜ? ਕੀ ਤਿਆਗਿਆ? ਜੇ ਧੀਰਜ ਤਿਆਗਿਆ, ਰਤਨ ਤਿਆਗਿਆ। ਯਾਨੀ ਧੀਰਜ ਇੱਕ ਗੁਣ ਹੈ ਜਿਹੜਾ ਕਦਮੇ ਸਾਨੂੰ ਰਤਨ ਦੇ ਰੂਪ ਵਿੱਚ ਗੁਰਬਾਣੀ ਵਿੱਚ ਜਿਹਦੇ ਬਾਰੇ ਦੱਸਿਆ ਗਿਆ। ਇਸ ਤਰ੍ਹਾਂ ਦੀ ਗੁਣਾਂ ਦੀ ਗੱਲ ਰਤਨ ਨੂੰ ਦੱਸਿਆ ਗਿਆ ਹੈ ਜੀ। ਧੀਰਜ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਤੇ ਮਿੱਠ ਬੋਲੜਾ ਕੀ ਹੈ? ਉਸ ਸੁਆਮੀ ਦਾ ਸੁਭਾਅ ਹੈ ਜੀ। ਉਹ ਸੁਆਮੀ ਰਹਿੰਦਾ ਕਿੱਥੇ ਹੈ? ਮੇਰੇ ਅੰਦਰ। ਤਾਂ ਹੀ ਫਿਰ ਮੈਨੂੰ ਨਾਲ ਕਹਿੰਦੇ ਨੇ ਨਾ, ਮਿੱਠ ਬੋਲੜਾ ਸੁਭਾਅ ਲੈਣ ਲਈ ਕਰਨਾ ਕੀ ਪਏਗਾ? ਔਗਣ ਕੋ ਨਾ ਚਿਤਾਰੇ। ਮਿੱਠ ਬੋਲੜੇ ਦਾ ਭਾਵ ਹੈ ਜਦੋਂ ਕਦੇ ਕਿਸੇ ਦਾ ਵੀ ਔਗਣ ਚਿਤਾਰਦਾ ਹੀ ਨਹੀਂ। ਔਗਣ ਚਿਤਾਰਨਾ ਕੌਡੀਆਂ, ਮਿੱਠ ਬੋਲੜਾ ਸੁਭਾਅ ਰਤਨ। ਜੀ। ਗੁਰਬਾਣੀ ਇੱਕ ਇੱਕ ਚੀਜ਼ ਇਤਨੀ ਕਲੀਅਰ ਕਰਕੇ ਸਾਨੂੰ ਦਿੰਦੀ ਹੈ ਔਰ ਆਮ ਬੋਲੀ ਚ ਕਰਦੀ ਹੈ ਤਾਂ ਕਿ ਅਸੀਂ ਬਾਹਰੋਂ ਕਿਸੇ ਕੋਲੋਂ ਗੱਲ ਸੁਣ ਕੇ ਟਪਲਾ ਨਾ ਖਾ ਜਾਏ। ਜੀ। ਸੋ ਚੰਦਨ ਰੂਪ ਗੁਣ, ਰਤਨ ਰੂਪ ਗੁਣ। ਚੰਦਨ ਹੁਣ ਉਹਨਾਂ ਨੂੰ ਉਸ ਤਰੀਕੇ ਨਾਲ ਦੱਸਦੀ ਹੈ ਕਿ ਜਿਵੇਂ ਰਤਨ ਕੰਮ ਆਉਂਦੇ ਨੇ, ਰਤਨ ਖਜ਼ਾਨਾ ਹੈ ਤੇ ਮਨੁੱਖ ਖਜ਼ਾਨਾ ਹੀ ਇਕੱਠਾ ਕਰਦਾ ਹੈ। ਕਿਉਂ? ਔਖੇ ਵੇਲੇ ਕੰਮ ਆਏਗਾ। ਇਹ ਮਨੁੱਖ ਦੀ ਸੋਚ ਹੈ, ਜਦੋਂ ਮੇਰੇ ਤੇ ਔਖਾ ਸਮਾਂ ਆਏਗਾ ਮੈਨੂੰ ਖਜ਼ਾਨਾ ਕੰਮ ਆਉਂਦਾ ਹੈ। ਹੁਣ ਕਿਹੜਾ ਔਖਾ ਸਮਾਂ ਹੈ? ਉਹੀ ਜਿਹੜਾ ਅਸੀਂ ਸਿਚੁਏਸ਼ਨ ਵਿੱਚ ਗਿਆ। ਬਹੁਤ ਚਾਰੋਂ ਪਾਸੇ ਸਾਨੂੰ ਘਰਾਂ ਵਿੱਚ ਕੰਮ ਕਰਦੇ ਆ, ਕਈ ਵਾਰੀ ਚਾਰੋਂ ਪਾਸੇ ਕੰਮ ਆ ਜਾਂਦਾ ਹੈ। ਉਧਰੋਂ ਬਾਹਰੋਂ ਡੋਰਬੈਲ ਹੋ ਗਈ, ਕਦੀ ਟੈਲੀਫੋਨ ਦੀ ਆਵਾਜ਼ ਆ ਗਈ, ਕਦੀ ਬੱਚੇ ਆਵਾਜ਼ ਮਾਰ ਰਹੇ। ਉਸ ਵੇਲੇ ਜੇ ਹਫੜਾ ਦਫੜੀ ਪੈ ਗਈ, ਕੀ ਕਰ ਦਿੱਤਾ? ਕੀ ਛੱਡ ਦਿੱਤਾ? ਆਪਣਾ ਚੈਨ। ਕੋਈ ਧੀਰਜ ਦੀ ਗੱਲ ਆ ਗਈ। ਧੀਰਜ ਦੀ ਗੱਲ ਆ ਗਈ। ਫਿਰ ਕਿਵੇਂ ਮੌਕਾ ਸੰਭਾਲਣਾ ਹੈ। ਫਿਰ ਅਸੀਂ ਉਹੀ ਕ੍ਰੋਧ ਦੇ ਕਦੇ ਕਦੇ ਵਸ਼ ਹੋ ਜਾਂਦੇ ਆ। ਕਦੇ ਕਦੇ ਨਹੀਂ, ਸਵੇਰ ਦਾ ਜਿਹੜਾ ਸਮਾਂ ਹੁੰਦਾ ਹੈ ਘਰਾਂ ਵਿੱਚ ਤੇ ਇੰਜ ਲੱਗਦਾ ਜਿਵੇਂ ਘਰ ਵਿੱਚ ਜੰਗ ਛਿੜੀ ਹੋ। ਜੀ ਬਿਲਕੁਲ। ਹਰ ਕਿਸੇ ਨੂੰ ਆਪਣੀ ਉਸ ਵੇਲੇ ਨੂੰ ਸੰਭਾਲਣ ਲਈ ਜਦੋਂ ਹੁਣ ਕੀ ਚਾਹੀਦਾ ਹੈ? ਖਜ਼ਾਨਾ ਚਾਹੀਦਾ ਹੈ ਜੀ। ਉਹ ਹੈ ਔਖਾ ਸਮਾਂ। ਕਿਸ ਲਈ? ਮਨ ਲਈ। ਉਹ ਹੈ ਔਖੀ ਕੜੀ, ਉਹ ਹੈ ਤੱਤੀ ਵਾਹ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਨਾ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਗੁਰੂ ਪਾਤਸ਼ਾਹ ਜੀ ਦੱਸਦੇ ਨੇ ਬਣਤ ਬਣਾਈ ਕੀ ਹੁੰਦਾ ਹੈ। ਸ਼ੁਕਰਾਨਾ ਕਰਨ ਲਈ ਗੁਰਬਾਣੀ ਦੇ ਨੇੜੇ ਜਾਣਾ ਪਏਗਾ। ਬਣਤ ਬਣਾਈ ਗੁਰੂ ਪਾਤਸ਼ਾਹ ਬੜੇ ਹੀ ਕਮਾਲ ਦੇ ਤਰੀਕੇ ਨਾਲ ਸਾਨੂੰ ਸਮਝਾਉਂਦੇ ਨੇ ਕਿ ਜਿਵੇਂ ਇੱਕ ਨਵ ਜੰਮਿਆ ਬੱਚਾ ਜਦੋਂ ਹਸਪਤਾਲ ਤੋਂ ਘਰ ਲੈ ਕੇ ਆਉਂਦੇ ਆ, ਘਰ ਲਿਆਉਣ ਤੋਂ ਪਹਿਲਾਂ ਉਸ ਬੱਚੇ ਨੂੰ ਡਾਕਟਰ ਕੀ ਕਰਦਾ ਹੈ? ਵੈਕਸੀਨੇਸ਼ਨ ਦਿੰਦਾ ਜੀ। ਹੱਲੇ ਤਾਂ ਉਹਨੂੰ ਕੋਈ ਬਿਮਾਰੀ ਹੋਈ ਹੀ ਨਹੀਂ ਹੈ, ਕਿਉਂ ਦਿੱਤੇ ਜਾ ਰਹੇ ਉਹਨੂੰ ਇੰਜੈਕਸ਼ਨ? ਕਿਉਂ ਲਗਾਈ ਜਾ ਰਹੀ ਹੈ ਉਹਨੂੰ ਵੈਕਸੀਨੇਸ਼ਨ? ਬਾਹਰ ਉਹ ਬੱਚਾ ਕਮਜ਼ੋਰ ਹੈ, ਬਾਹਰ ਦੇ ਵਾਤਾਵਰਣ এনवायरमेंट ਨੂੰ ਹੱਲੇ ਸਹਾਰਨ ਦਾ ਬਲ ਨਹੀਂ ਹੈ। ਸੋ ਬਿਮਾਰੀ ਆਉਣ ਤੋਂ ਪਹਿਲਾਂ ਬਿਮਾਰੀ ਤੋਂ ਬਚਣ ਦਾ ਪ੍ਰਬੰਧ ਕਰ ਦਿੰਦਾ ਹੈ। ਉਹਨੂੰ ਕਹਿੰਦੇ ਨੇ ਬਣਤ ਬਣਾਈ। ਜੀ ਬਿਲਕੁਲ। ਸਤਿਗੁਰ ਦੀ ਮੱਤ ਨੇ ਮੇਰੇ ਅੰਦਰ ਇੱਕ ਐਸੀ ਰਚਨਾ ਤਿਆਰ ਕਰ ਦਿੱਤੀ ਹੈ ਜਿਹਦੇ ਨਾਲ ਬਿਮਾਰੀ ਲੱਗਣ ਤੋਂ ਪਹਿਲਾਂ ਬਿਮਾਰੀ ਨੂੰ ਬਚਣ ਦਾ ਪ੍ਰਬੰਧ ਕਰ ਦਿੱਤਾ ਹੈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, RAM ਨਾਮ ਔਖਦ ਦਿਆ, ਏਕਾ ਲਿਵ ਲਾਈ। ਤੇ ਇੱਥੇ ਬਿਮਾਰੀ ਕੀ ਹੋਈ? ਇੱਥੇ ਬਿਮਾਰੀ ਹੈ ਸਾਡੀ ਕਿਹੜੀ ਹੈ? ਤੱਤੀ ਹਵਾ ਦੱਸ ਦਿੱਤੀ ਹੈ ਗੁਰੂ ਪਾਤਸ਼ਾਹ ਨੇ। ਹੁਣ ਤੱਤੀ ਹਵਾ ਕੀ ਹੈ? ਤੁਸੀਂ ਬਾਹਰੋਂ ਸਮਝ ਕੇ ਅੰਦਰ ਆਓਗੇ, ਉਹਨੂੰ ਹੁਕਮ ਕਹਿੰਦੇ। ਬਾਹਰ ਤੱਤੀ ਹਵਾ ਕਿਹਨੂੰ ਕਹਿੰਦੇ ਆ? ਬੜੀ ਐਸੀ ਹਵਾ ਹੈਗੀ ਹੈ ਜਿਹੜੀ ਝੁਲਸਦੀ ਪਈ ਹੈ। ਗਰਮੀਆਂ ਦੇ ਦਿਨਾਂ ਵਿੱਚ ਰੇਗਿਸਤਾਨ ਵਿੱਚ ਜਦੋਂ ਹਵਾ ਤੇਜ਼ ਚੱਲਦੀ ਹੈ ਤੇ ਜਾਣ ਵਾਲਾ ਪਾਂਧੀ ਜਿਹੜਾ ਨਾ ਉਹ ਰਸਤਾ ਭੁੱਲ ਜਾਂਦਾ ਹੈ।
ਜਿੱਥੇ ਬਹੁਤ ਜ਼ਿਆਦਾ ਕਾਰਬਨ ਡਾਈਆਕਸਾਈਡ ਹੋਏ, ਜੀ। ਜਿਹੜੀਆਂ ਖਾਨਾਂ ਵਿੱਚ ਥੱਲੇ, ਧਰਤੀ ਤੋਂ ਥੱਲੇ, ਉੱਥੇ ਕੀ ਹੈ? ਤੱਤੀ ਹਵਾ। ਹੁਣ ਜਦੋਂ ਬਾਹਰ ਔਗੜ ਹੀ ਔਗੜ, ਅਸੀਂ ਕਹਿੰਦੇ ਆ ਬਾਹਰ ਦੁਨੀਆ ਔਗੜ ਤੇਰੀ ਨਜ਼ਰ ਕਰਨੇ, ਪਰ ਤੂੰ ਜਦੋਂ ਕਹਿਣਾ ਬਾਹਰ ਔਗੜ ਨੇ, ਪਰ ਉਸ ਦੀ ਤੱਤੀ ਹਵਾ ਤੈਨੂੰ ਨਾ ਲੱਗੇ, ਤੂੰ ਕੀ ਕਰ? ਸਤਿਗੁਰ ਨਾਲ ਮਿਲ ਕੇ ਆਪਣੀ ਇੱਕ ਨਵੀਂ ਰਚਨਾ ਪ੍ਰਾਪਤ ਕਰ ਲੈ। ਉਸ ਰਚਨਾ ਨੂੰ ਕਹਿੰਦੇ ਨੇ ਸੱਚੀ ਰਚਨਾ। ਜੀ। ਜਦੋਂ ਰਤਨਾ ਨੂੰ ਨਹੀਂ ਤਿਆਗਦਾ, ਸੱਚ ਨਾਲ ਜੁੜਦਾ ਹੈ, ਮੂਲ ਨੂੰ ਪਛਾਣਦਾ ਹੈ, ਉਹਨੂੰ ਕਹਿੰਦੇ ਨੇ ਸ਼ੁਕਰਾਨਾ ਕਰਨਾ। ਜਦੋਂ ਗੁਰੂ ਪਾਸ਼ਾ ਕਹਿੰਦੇ ਨੇ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ, ਥੋੜੀ ਮੱਤ ਕਰਕੇ ਮੈਂ ਰਤਨ ਤਿਆਗੇ, ਸ਼ਬਦ ਉਹੀ ਹੈ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਤੇ ਥੋੜੀ ਮੱਤ ਦੀ ਫਿਰ ਗੁਰੂ ਪਾਸ਼ਾ ਨਿਸ਼ਾਨੀ ਦੱਸਦੇ ਨੇ। ਥੋੜੀ ਮੱਤ ਕਿਹੜੀ ਹੈ? ਜਿਹਦੇ ਵਿੱਚ ਕਿਹੜੀ ਗੁਰੂ ਪਾਸ਼ਾ ਕਹਿੰਦੇ ਨੇ ਹਰ ਕੇ ਨਾਮਹੀਨ ਮੱਤ ਥੋੜੀ। ਇਸਦਾ ਮਤਲਬ ਹੈ ਜਦੋਂ ਹਰੀ ਦਾ ਨਾਮ ਨਹੀਂ ਹੈ ਤਦ ਮੱਤ ਥੋੜੀ ਹੈ। ਤੇ ਥੋੜੀ ਮੱਤ ਕੀ ਕਰਦੀ ਹੈ? ਰਤਨ ਤਿਆਗਦੀ ਹੈ। ਸਾਨੂੰ ਲੱਗਦਾ ਹੈ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਪਰ ਜੇ ਅਸੀਂ ਗੁਰਬਾਣੀ ਤੋਂ ਉਸ ਸਮਰੱਥ ਦੀ ਵੱਡੀ ਮੱਤ ਨਹੀਂ ਲਈ, ਗਹਿਰ ਗੰਭੀਰਤਾ ਦੀ ਸੁਜਾਨ ਮੱਤ ਨਹੀਂ ਲਈ, ਤਦ ਤੱਕ ਅਸੀਂ ਥੋੜੀ ਮੱਤ ਨਾਲ ਲੱਗੇ ਰਾਂਗੇ। ਤਾਂ ਹੀ ਪਰਮਾਤਮਾ ਨੂੰ ਬ੍ਰਹਮ ਗਿਆਨੀ ਕਿਹਾ। ਅੰਤਰਾਤਮਾ ਵਿੱਚ ਵਸਦੇ ਪਰਮਾਤਮਾ ਨੂੰ ਬ੍ਰਹਮ ਗਿਆਨੀ ਇਸੇ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਮੂਰਖਾਂ ਤੋਂ ਮੂਰਖ ਨੂੰ ਵੀ ਆਪਣੀ ਸੁਜਾਨ ਦਾਨ ਬੀਨਣ ਵਾਲੀ ਚੀਨਣ ਵਾਲੀ ਅੰਤਰਾਤਮਾ ਵਿੱਚ ਵਸਦੇ ਪਰਮਾਤਮਾ ਨਾਲ ਜੁੜਨ ਦੀ ਮੱਤ ਦੇਣ ਵਾਲਾ ਕੌਣ ਹੈ? ਉਹ ਬ੍ਰਹਮ ਗਿਆਨੀ ਨਿਰਾਕਾਰ। ਤੇ ਤੁਸੀਂ ਜਿਸ ਤਰ੍ਹਾਂ ਸ਼ੁਕਰਾਨੇ ਦੀ ਸਾਨੂੰ ਪਰਿਭਾਸ਼ਾ ਬੜੇ ਸੋਹਣੇ ਤਰੀਕੇ ਨਾਲ ਦੱਸੀ, ਪਰ ਮੈਂ ਤਦੀ ਅੱਗੇ ਵਧਣ ਤੋਂ ਪਹਿਲਾਂ ਇਹ ਚਾਹਾਂਗਾ ਫਿਰ ਜੇਕਰ ਅਸੀਂ ਇਹਨੂੰ ਹੋਰ ਸਮੇਟ ਕੇ ਤੁਸੀਂ ਅਗਰ ਇਹਨੂੰ ਹੋਰ ਥੋੜੇ ਸ਼ਬਦਾਂ ਵਿੱਚ ਹੋਰ ਸਾਨੂੰ ਸਮਝਾਓ। ਤੁਸੀਂ ਬੜਾ ਵਿਸਤਾਰ ਦਿੱਤਾ, ਪਰ ਇੱਕ ਜੇਕਰ ਅਸੀਂ ਕੀ ਪਰਿਭਾਸ਼ਾ ਦੀ ਕਨਕਲੂਜਨ ਜਾਣਨ ਦੀ ਕੋਸ਼ਿਸ਼ ਕਰੀਏ ਤੇ ਸ਼ੁਕਰਾਨਾ ਕੀ ਹੈ? ਬਸ ਇਹਨੂੰ ਬਾਹਰੋਂ ਐਗਜ਼ਾਮਪਲ ਦੇ ਤੌਰ ਤੇ ਜੇ ਅਸੀਂ ਦੁਨੀਆ ਨੂੰ ਵੇਖ ਕੇ ਸਿੱਖਾਂਗੇ ਨਾ, ਗੁਰੂ ਦੀ ਮੱਤ ਹੈ ਹੀ ਇਹੀ ਕਮਾਲ ਦੀ, ਤਾਂ ਕਿ ਅਸੀਂ ਗ੍ਰਸਤੀ ਵਿੱਚ ਰਹਿ ਕੇ ਗੁਰੂ ਦੀ ਮੱਤ ਪ੍ਰਾਪਤ ਕਰ ਸਕੀਏ। ਜਿਵੇਂ ਮਾਤਾ ਪਿਤਾ ਬੱਚੇ ਨੂੰ ਪਾਲਦੇ ਨੇ, ਜਦੋਂ ਬੱਚਾ ਜਵਾਨ ਹੋ ਜਾਂਦਾ ਹੈ, ਹੁਣ ਬਹੁਤ ਸਾਰੇ ਬੱਚੇ ਨੇ, ਪਰ ਜਦੋਂ ਮਾਤਾ ਪਿਤਾ ਨੇ ਉਹਨਾਂ ਨੂੰ ਗੁਰੂ ਦੀ ਮੱਤ ਨਾਲ ਪਾਲਿਆ ਹੁੰਦਾ ਹੈ ਤੇ ਉਹ ਬੱਚੇ ਵੱਡੇ ਹੋ ਕੇ ਸਾਰੇ ਇਕੱਠੇ ਤੁਰਦੇ ਨੇ, ਇੱਕੋ ਰਾਹ ਤੇ ਚੱਲਦੇ ਨੇ। ਤੇ ਮਾਤਾ ਪਿਤਾ ਕਿਸ ਦਾ ਸ਼ੁਕਰਾਨਾ ਕਿਸ ਵਜੋਂ ਕਰਦੇ ਨੇ? ਮਾਤਾ ਪਿਤਾ ਨੇ ਸਾਨੂੰ ਇੱਕ ਐਸੀ ਸੁਚੱਜੀ ਮੱਤ ਦਿੱਤੀ ਜਿਨ੍ਹਾਂ ਨਾਲ ਅਸੀਂ ਆਪਣੇ ਸੰਸਕਾਰਾਂ ਨੂੰ ਸੰਭਾਲਣ ਜੋਗੇ ਹੋ ਗਏ। ਮਾਤਾ ਪਿਤਾ ਦੀ ਮੱਤ ਲੈ ਕੇ ਚੰਗੇ ਸੰਸਕਾਰਾਂ ਵਾਲਾ ਬੱਚਾ ਜੀ ਕੇ ਮਾਤਾ ਪਿਤਾ ਦਾ ਸ਼ੁਕਰਾਨਾ ਕਰਦਾ ਹੈ। ਇਹੀ ਸ਼ੁਕਰਾਨਾ ਕਰਨ ਦਾ ਟਾਈਮ। ਹੁਣ ਸਤਿਗੁਰ ਦੀ ਮੱਤ ਲੈ ਕੇ ਜਦੋਂ ਮੇਰੇ ਸੁਰਤ ਮਤ ਮਨ ਬੁੱਧ ਸਾਰੇ ਰਤਨਾ ਰੂਪ ਹੋ ਜਾਂਦੇ ਨੇ, ਫਿਰ ਪੂਰਾ ਸਰੀਰ ਪੂਰਾ ਰੋਮ ਇੱਕ ਮੱਤ ਦੇ ਥੱਲੇ ਤੁਰਦਾ ਹੈ। ਇਹਨੂੰ ਕਹਿੰਦੇ ਨੇ ਗੁਰੂ ਦਾ ਸ਼ੁਕਰਾਨਾ। ਤੇ ਇੱਥੇ ਮੈਨੂੰ ਇੱਕ ਹੋਰ ਗੱਲ ਸਮਝ ਆ ਰਹੀ ਹੈ ਕਿ ਤੁਸੀਂ ਜਿਹੜਾ ਸ਼ੁਕਰਾਨੇ ਦੀ ਸਾਨੂੰ ਪਰਿਭਾਸ਼ਾ ਦੱਸ ਰਹੇ ਹੋ, ਤੇ ਇਹਦੇ ਵਿੱਚ ਰਜ਼ਾ ਵਿੱਚ ਚੱਲਣਾ ਸ਼ੁਕਰਾਨਾ ਕਿੱਥੇ ਹੱਦ ਤੱਕ ਹੈ? ਹੁਕਮ ਦੀ ਗੱਲ ਹੈ ਇੱਥੇ। ਹਾਂਜੀ। ਤੇ ਹੁਣ ਜਿਵੇਂ ਅਸੀਂ ਅਗਰ ਦੇਖੀਏ ਤੇ ਸਾਡਾ ਜਿਹੜਾ ਸਰੀਰ ਹੈ ਨਾ, ਉਹ ਬਿਲੀਅਨਸ ਆਫ ਸੈਲਸ ਨਾਲ ਬਣਿਆ ਹੋਇਆ ਹੈ, ਤੇ ਇਹ ਸਾਰੇ ਸੈਲਸ ਇਕੱਠੇ એનર્ਜੀ ਦਿੰਦੇ ਨੇ ਤਾਂ ਸਾਡਾ ਸਰੀਰ ਤੁਰਦਾ ਹੈ। ਇਸ ਦਾ ਮਤਲਬ ਹੈ ਮੇਰਾ ਸਰੀਰ ਆਲਰੇਡੀ ਉਸ ਹੁਕਮ ਵਿੱਚ ਚੱਲ ਰਿਹਾ ਹੈ। ਸਾਰੇ ਸੈਲ ਕੀ ਹੁੰਦੇ ਨੇ? ਸੈਲ ਇੱਕ ਛੋਟਾ ਜਿਹਾ ਕੋਸ਼ਿਕਾ ਨੂੰ ਸੈਲ ਕਹਿੰਦੇ ਨੇ, ਤੇ ਹਰੇਕ ਸੈਲ ਦੀ ਜਿਹੜੀ ਵਾਲ ਹੁੰਦੀ ਹੈ ਉਹਨੂੰ ਕਹਿੰਦੇ ਨੇ ਸਿਲੈਕਟਿਵਲੀ ਪਰਮੀਏਬਲ। ਮਤਲਬ ਉਹ ਸਿਲੈਕਟ ਕਰਕੇ ਚੀਜ਼ ਅੰਦਰ ਭੇਜਦੀ ਹੈ। ਹੁਣ ਮੇਰੀ ਅੱਖ ਕਿਤਨੇ ਸਾਰੇ ਸੈਲਸ ਦੀ ਬਣੀ ਹੋਈ ਹੈ, ਪਰ ਸਾਰੇ ਸੈਲ ਸਿਲੈਕਟਿਵਲੀ ਪਰਮੀਏਬਲ ਨੇ, ਸਿਲੈਕਟ ਕਰਕੇ ਚੁਣ ਕੇ ਚੀਜ਼ ਅੰਦਰ ਭੇਜਦੇ ਨੇ। ਹੁਣ ਜੇ ਮੇਰੀ ਅੱਖ ਦੇ ਅੰਦਰ ਜਦੋਂ ਮੈਨੂੰ ਵੇਖਣ ਦੀ ਉਹ ਜਾਚ ਆ ਗਈ, ਮੈਨੂੰ ਅੱਖ ਮਿਲੀ ਕਿਸ ਕਰਕੇ ਵੇ ਕਿ ਮੈਂ ਅੱਖ ਨਾਲ ਹਮੇਸ਼ਾ ਹਰੇਕ ਦੇ ਅੰਦਰ ਪਰਮਾਤਮਾ ਨੂੰ ਵੇਖਣਾ, ਹਰੇਕ ਦੇ ਅੰਦਰ ਗੁਣ ਦੇਖਣੇ ਨੇ, ਤਾਂ ਅੱਖ ਬਣਾਉਣ ਵਾਲੇ ਦੀ ਮੱਤ ਨਾਲ ਵਰਤਿਆ। ਇਹਨੂੰ ਕਹਿੰਦੇ ਨੇ ਸ਼ੁਕਰਾਨਾ ਕਰਨਾ। ਜਿਸ ਕੰਮ ਲਈ ਅੱਖ ਮਿਲੀ ਹੈ ਉਹ ਕੰਮ ਨਾ ਕੀਤਾ ਤੇ ਅੱਖ ਨਾਲ ਸ਼ੁਕਰਾਨਾ ਕਿੱਥੇ ਕੀਤਾ? ਜਦੋਂ ਗੁਰੂ ਪਾਤਸ਼ਾਹ ਕਹਿ ਰਹੇ ਨੇ ਮਨ ਤੂੰ ਜੋਤ ਸਰੂਪ ਹੈ,
ਬਾਹਰ ਦੁਨੀਆ ਵਿੱਚ ਸਾਨੂੰ ਇਹ ਲਫ਼ਜ਼ ਕਿੱਧਰੋਂ ਨਹੀਂ ਮਿਲੇਗਾ ਜਿਹੜਾ ਮਨ ਨੂੰ ਕਹੇ ਕਿ ਤੂੰ ਮਨ ਜੋਤ ਸਰੂਪ ਹੈ, ਤੂੰ ਪ੍ਰਕਾਸ਼ ਹੈ, ਤੂੰ ਆਪਣੇ ਮੂਲ ਨਾਲ ਜੁੜ, ਅੰਤਰਾਤਮਾ ਵਿੱਚ ਵਸਦੇ ਪਰਮਾਤਮਾ ਨਾਲ ਜੁੜ ਤੇ ਤੂੰ ਪ੍ਰਕਾਸ਼ ਪ੍ਰਾਪਤ ਕਰੇਗਾ। ਮਨ ਜੋਤ ਸਰੂਪ ਹੋ ਕੇ ਕੀ ਕਰੇਗਾ? ਜੋਤ ਵੰਡੇਗਾ ਇੱਕ ਇੱਕ ਅੰਗ ਨੂੰ। ਜਿਵੇਂ ਸਰੀਰ ਭੋਜਨ ਖਾ ਕੇ ਇੱਕ ਇੱਕ ਅੰਗ ਨੂੰ ਬਲੱਡ ਸਪਲਾਈ ਕਰਦਾ ਹੈ, ਸਰਕੂਲੇਟ ਕਰਦਾ ਹੈ, ਨਰਵਸ ਸਿਸਟਮ ਕੀ ਕਰਦਾ ਹੈ? ਬ੍ਰੇਨ ਨੂੰ ਕੋਈ ਚੀਜ਼ ਮਿਲਦੀ ਹੈ ਤੇ ਉਸੇ ਵੇਲੇ ਮੈਸੇਜ ਦਿੰਦਾ ਹੈ ਹਟਾ ਲਓ, ਉਂਗਲ ਚੁਭ ਰਿਹਾ ਹੈ ਕੁਝ, ਹੈ ਨਾ। ਤੇ ਐਸੇ ਤਰੀਕੇ ਨਾਲ ਗੁਰੂ ਦੀ ਮੱਤ ਪ੍ਰਾਪਤ ਕਰਕੇ ਮਨ ਇੱਕ ਇੱਕ ਰੋਮ ਨੂੰ ਵੰਡਦਾ ਹੈ। ਸੱਚ ਨਾਲ ਜੁੜੋ ਤਾਂ ਉਹਨਾਂ ਅੰਗਾਂ ਵਿੱਚ ਜੋਤ ਪ੍ਰਾਪਤ ਹੁੰਦੀ ਹੈ। ਅੱਖਾਂ ਵਿੱਚ ਜੋਤ ਕਦੋਂ ਆਈ? ਜਦੋਂ ਜੋਤ ਵਾਲੇ ਨਾਲ ਜੁੜਿਆ, ਵਰਨਾ ਤੇ ਨੇਤਰ ਅੰਧ ਸੇ। ਤੇ ਇੱਥੇ ਇੱਕ ਗੱਲ ਹੋਰ ਸਮਝ ਆਉਂਦੀ ਹੈ ਕਿ ਜਿਹੜੀ ਤੁਸੀਂ ਗੁਰਬਾਣੀ ਦੇ ਸੰਦਰਭ ਵਿੱਚ ਜਿਹੜਾ ਸ਼ੁਕਰਾਨੇ ਦੀ ਭਾਵਨਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਇਹ ਤਾਂ ਜਿਹੜੀ ਦੁਨਿਆਵੀ ਸ਼ੁਕਰਾਨਾ ਤੋਂ ਕਾਫੀ ਡਿਫਰ ਹੈ। ਜਿਹੜਾ ਉਹਦੇ ਵਿੱਚ ਜ਼ਰੂਰਤ ਦੀ ਪੂਰਤੀ ਸ਼ੁਕਰਾਨਾ ਹੈ, ਪਰ ਇੱਥੇ ਰਜ਼ਾ ਵਿੱਚ ਚੱਲਣਾ ਸ਼ੁਕਰਾਨਾ ਹੈ। ਤੇ ਜ਼ਰੂਰਤ ਦੀ ਪੂਰਤੀ ਇੱਥੇ ਵੀ ਤੇ ਲਾਂਗੇ ਨਾ। ਜਦੋਂ ਮੈਨੂੰ ਜ਼ਰੂਰਤ ਲੱਗੇਗੀ ਨਾ ਗੁਰੂ ਦੀ ਮੱਤ ਲੈਣ ਦੀ, ਤਾਂ ਹੀ ਮੈਂ ਲੈਣਾ ਵਾ। ਮੈਨੂੰ ਭੁੱਖ ਦੀ ਜ਼ਰੂਰਤ ਲੱਗੀ ਤੇ ਮੈਂ ਰੋਟੀ ਖਾਧੀ। ਜਦੋਂ ਮਨ ਨੂੰ ਸੱਚੇ ਨਾਮ ਦੀ ਭੁੱਖ ਲੱਗੇਗੀ ਤਾਂ ਹੀ ਤੇ ਉਹ ਮੱਤ ਰਾਈ, ਗੁਰੂ ਦੀ ਮੱਤ ਰਾਈ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਅੰਤਰਾਤਮਾ ਵਿੱਚ ਵਸਦਾ ਬ੍ਰਹਮ ਗਿਆਨੀ ਤੈਨੂੰ ਗਿਆਨ ਦਾ ਭੋਜਨ ਦੇਗਾ। ਫਿਰ ਉਹ ਮਨ ਗਿਆਨ ਦਾ ਭੋਜਨ ਲੈ ਕੇ ਇੱਕ ਇੱਕ ਅੰਗ ਨੂੰ ਵੰਡੇਗਾ। ਜਿਵੇਂ ਬਾਹਰ ਦਾ ਭੋਜਨ ਖਾ ਕੇ ਸਰੀਰ ਬਲਵਾਨ ਹੁੰਦਾ ਹੈ, ਐਸੇ ਤਰੀਕੇ ਨਾਲ ਗਿਆਨ ਦਾ ਭੋਜਨ ਖਾ ਕੇ ਸਾਡੇ ਇੰਦਰੀ ਬਲਵਾਨ ਹੁੰਦੇ ਨੇ, ਤਾਂ ਰਜ਼ਾ ਵਿੱਚ ਤੁਰਨ ਜੋਗੇ ਹੁੰਦੇ ਨੇ। ਇੰਜ ਇੰਦਰੀ ਬਲਵਾਨ ਇੰਦਰੀ। ਹੁਣ ਉੱਥੇ ਮਨ ਕਮਾਣ ਬੱਚਾ ਕਮਾਣ ਜੋਗਾ ਹੋਇਆ ਸੀ, ਇਹ ਜਵਾਨ ਹੋਣਗੇ ਤੇ ਗੁਣ ਕਮਾਣ ਜੋਗੇ ਹੋਣਗੇ। ਗੱਲ ਉਹੀ ਹੈ, ਪਰ ਇੱਥੇ ਵੀ ਤੇ ਕਰਨੀ ਹੈ। ਬਾਹਰ ਤੇ ਤੂੰ ਬਥੇਰਾ ਕੁਝ ਕਰਨਾ ਹੈ, ਇੱਥੇ ਕੀ ਕਰਨਾ ਹੈ? ਸੋ ਗੁਰੂ ਪਾਤਸ਼ਾਹ ਜੋ ਤੂੰ ਬਾਹਰ ਕਰ ਰਿਹਾ ਹੈ, ਉਹੀ ਮੱਤ ਰਾਹੀਂ ਅੰਦਰ ਕਰਵਾਉਣ ਲੱਗ ਜਾਂਦੇ ਨੇ। ਹੁਣ ਜਦੋਂ ਦੁੱਧ ਹੈ, ਦੁੱਧ ਵਿੱਚੋਂ ਘਿਓ ਨਿਕਲੇਗਾ ਹੀ ਨਿਕਲੇਗਾ। ਘਿਓ ਕੀ ਹੈ? ਫਲ। ਤੇ ਜਦੋਂ ਘਿਓ ਨਿਕਲ ਆਂਦਾ, ਵਾਪਸ ਦੁੱਧ ਨਹੀਂ ਬਣਦਾ। ਹੁਣ ਜਦੋਂ ਵਿਵੇਕਤਾ ਦੀ ਮੱਤ ਦੁੱਧ ਨਾਲ ਹਰ ਵੇਲੇ ਜੀਏਗਾ ਤੇ ਮਨ ਨੂੰ ਕੀ ਪ੍ਰਾਪਤ ਹੋਏਗਾ? ਘਿਓ ਫਲ ਹੈ ਕਿਸ ਚੀਜ਼ ਦਾ? ਸ਼ੁਕਰਾਨੇ ਦਾ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਗੁਰਬਾਣੀ ਵਿੱਚ ਸ਼ੁਕਰਾਨੇ ਦਾ ਸਾਨੂੰ ਦੱਸਿਆ ਗਿਆ ਹੈ ਕਿ ਹੁਕਮ ਵਿੱਚ ਕਿਸ ਤਰ੍ਹਾਂ ਚੱਲਣਾ, ਜਿਸ ਤਰ੍ਹਾਂ ਜਪਜੀ ਸਾਹਿਬ ਵਿੱਚ ਹੈ ਕਿ ਰਜ਼ਾ ਵਿੱਚ ਚੱਲਦੇ ਹੋਇਆਂ ਜੇਕਰ ਸਾਡੇ ਮਨ ਵਿੱਚ ਨਾਮ ਦੀ ਇੱਕ ਭੁੱਖ, ਇੱਕ ਤੜਪ ਪੈਦਾ ਹੋਏਗੀ, ਤਦ ਹੀ ਅਸੀਂ ਸ਼ੁਕਰਾਨਾ ਉਸ ਪਰਮਾਤਮਾ ਦਾ ਕਰ ਸਕਦੇ ਹਾਂ। ਤੇ ਇਸ ਸ਼ੁਕਰਾਨੇ ਦੀ ਭਾਵਨਾ ਦੀ ਤੁਸੀਂ ਉਪਜ ਦੀ ਗੱਲ ਕੀਤੀ। ਜਦ ਸ਼ੁਕਰਾਨੇ ਦੀ ਭਾਵਨਾ ਦੀ ਉਪਜ ਹੁੰਦੀ ਹੈ ਤੇ ਉਹਨੂੰ ਕਰਨਾ ਕਿਵੇਂ ਹੈ? ਜੀ ਜਦੋਂ ਸ਼ੁਕਰਾਨੇ ਲਈ ਚਿੱਤ ਕਰੇਗਾ ਕਿ ਮੈਂ ਬਾਹਰ ਦੀਆਂ ਅੱਖਾਂ, ਕੰਨ ਲਈ, ਨੱਕ ਲਈ ਬੜਾ, ਔਰ ਜਿਸ ਵੇਲੇ ਉਹ ਸ਼ੁਕਰਾਨਾ ਕਰਦਾ ਨਾ, ਤਦ ਉਹ ਮੋਮੈਂਟਰੀ ਸ਼ੁਕਰਾਨਾ ਹੁੰਦਾ ਹੈ। ਕਿਸੇ ਵੇਲੇ ਕਰ ਦੇਣਾ ਵਾ, ਹਰ ਵੇਲੇ ਤੇ ਮੈਂ ਨਹੀਂ ਕਰ ਸਕਦਾ ਸ਼ੁਕਰਾਨਾ। ਜਦੋਂ ਮੈਂ ਕ੍ਰੋਧ ਕਰ ਰਿਹਾ ਤਾਂ ਮੈਂ ਕਿਹਦਾ ਸ਼ੁਕਰਾਨਾ ਕਰ ਰਿਹਾ? ਮੈਂ ਰੋਟੀ ਖਾਣ ਵੇਲੇ ਸ਼ੁਕਰਾਨਾ ਕੀਤਾ, ਕੱਪੜਾ ਪਾਉਣ ਵੇਲੇ ਸ਼ੁਕਰਾਨਾ ਕੀਤਾ, ਬੱਚੇ ਦੇ ਨੰਬਰ 4 ਘੱਟ ਆ ਜਾਣ ਸਹੀ ਮੇਰਾ ਸ਼ੁਕਰਾਨਾ ਨਿਕਲ ਜਾਂਦਾ, ਕਿੱਥੇ ਗਿਆ? ਵਪਾਰ ਵਿੱਚ ਘਾਟਾ ਹੋ ਜਾਏ ਸਹੀ, ਮਨ ਉੱਚਾ ਨੀਵਾਂ ਕਿਉਂ ਹੁੰਦਾ ਉਸ ਵੇਲੇ? ਜਦੋਂ ਪਰਿਵਾਰ ਵਿੱਚ ਕੋਈ ਵਿਆਹ ਆ ਜਾਏ ਸਹੀ, ਖਾਲੀ ਦੁੱਖ ਦੀ ਘੜੀ ਨਾ ਕਹੋ, ਵਿਆਹ ਆਣ ਤੇ ਅਸੀਂ ਬਿਲਕੁਲ ਹੀ ਭੁੱਲੇ ਹੁੰਨੇ ਆ ਸ਼ੁਕਰਾਨਾ ਕਹਿੰਦੇ ਕਿਹਨੂੰ ਨੇ। ਮੂੰਹ ਤੋਂ ਸ਼ੁਕਰਾਨਾ ਕਰ ਰਹੇ ਹੁੰਨੇ ਆ, ਅੰਦਰ ਤੇ ਬੜੇ ਡਰਦੇ ਹੁੰਨੇ ਆ। ਡਰ ਸ਼ੁਕਰਾਨਾ ਨਹੀਂ ਕਰਵਾ ਸਕਦਾ। ਉਸ ਵੇਲੇ ਕਿਹੜੀ ਭਾਵਨਾ? ਉਸ ਵੇਲੇ ਅਸੀਂ ਅਰਦਾਸ ਕਰ ਰਹੇ ਹੁੰਨੇ ਆ, ਇਹ ਸੋਚ ਰਹੇ ਹੁੰਨੇ ਆ, ਇਹੀ ਅਸੀਂ ਲੱਭਣਾ ਹੈ। ਨਹੀਂ, ਅਸੀਂ ਡਰਦੇ ਹੁੰਨੇ ਆ, ਅਸੀਂ ਦੁਨੀਆ ਤੋਂ ਡਰਦੇ ਹੁੰਨੇ ਆ। ਲੋਕੀ ਕੀ ਕਹਿਣਗੇ? ਉਹ ਜਿਨ੍ਹਾਂ ਨੂੰ ਅਸੀਂ ਕਾਰਡ ਵੰਡੇ, ਅੱਧਿਆਂ ਨੂੰ ਵੰਡੇ, ਅੱਧਿਆਂ ਨੂੰ ਨਹੀਂ ਵੰਡੇ। ਅੱਧਿਆਂ ਨੂੰ ਕਿਉਂ ਨਹੀਂ ਵੰਡੇ ਸੀ? ਕਦੀ ਉਹਨਾਂ ਨੇ ਮੈਨੂੰ ਮਾੜਾ ਕਿਹਾ ਸੀ, ਅੱਜ ਮੈਨੂੰ ਪਸੰਦ ਨਹੀਂ। ਤੇ ਜਿਹੜੇ ਅੱਧੇ ਆਂਦੇ ਨੇ ਉਹਨਾਂ ਕੋਲੋਂ ਵੀ ਡਰਦੇ ਹੁੰਦੇ ਆ, ਹਾਏ ਠੀਕ ਠਾਕ ਚਲੇ ਜਾਣ, ਵਿਆਹ ਸੋਹਣਾ ਨਿਭ ਗਿਆ। ਜੀ ਤੇ ਬਿਲਕੁਲ ਅਸੀਂ ਨੱਕ ਲਈ ਡਰ ਰਹੇ ਹਾਂ। ਡਰ ਕਿਸ ਲਈ ਰਹੇ ਹਾਂ? ਨੱਕ ਔਰ ਕੰਨ ਲਈ। ਸਾਰੀ ਦੁਨੀਆ ਮੇਰੀ ਉਸਤਤ ਕਰੇ, ਜਿੱਥੋਂ ਉਸਤਤ ਨਹੀਂ ਮਿਲੇਗੀ ਮੈਂ ਘਬਰਾ ਜਾਵਾਂਗਾ। ਯਾਨੀ ਅਸੀਂ ਆਪਣੀ ਕਲਾਸੀਫਾਈ ਕਰ ਲੈਂਦੇ ਹਾਂ ਕਿ ਕਦ ਅਸੀਂ ਸ਼ੁਕਰਾਨਾ ਕਰਨਾ ਹੈ, ਕਦ ਨਹੀਂ। ਇਹ ਗੱਲ ਤੁਸੀਂ ਸਹੀ ਕਿ ਜੇਕਰ ਜਿਹੜਾ ਅਸੀਂ ਬਾਹਰੀ ਸ਼ੁਕਰਾਨਾ ਕਰਨੇ ਹਾਂ ਉਹ ਇੱਕ ਤਰ੍ਹਾਂ ਦਾ ਮੋਮੈਂਟਰੀ ਹੈ,
ਕਦੇ ਰਹਿੰਦਾ ਹੈ ਸਾਡੇ ਕੋਲ, ਕਦੇ ਨਹੀਂ ਰਹਿੰਦਾ, ਪਰ ਤਦ ਵੀ ਸਹੀ ਤਰੀਕਾ ਗੁਰਬਾਣੀ ਦਾ ਸ਼ੁਕਰਾਨਾ ਕਰਨ ਦਾ ਕੀ ਹੈ, ਅਸੀਂ ਇਸ ਤੇ ਵੀ ਵਿਚਾਰ ਕਰਾਂਗੇ। ਹਰ ਕਾ ਨਾਮ ਹਿਰਦੇ ਨੇ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਗੁਰਬਾਣੀ ਦੀਆਂ ਪੰਕਤੀਆਂ ਵਿੱਚ ਨਾਮ ਦੀ ਗੱਲ ਕੀਤੀ ਗਈ ਹੈ, ਉਸ ਪਰਮਾਤਮਾ ਦੇ ਗੁਣਾਂ ਦੀ ਗੱਲ ਕੀਤੀ ਗਈ ਹੈ, ਤੇ ਉਸ ਪਰਮਾਤਮਾ ਦੇ ਗੁਣਾਂ ਦੇ ਰਜ਼ਾ ਵਿੱਚ ਰਹਿ ਕੇ ਸ਼ੁਕਰਾਨੇ ਦੀ ਭਾਵਨਾ ਕਿਵੇਂ ਅਦਾ ਕਰਨੀ ਹੈ ਇਹ ਦੱਸੀ ਗਈ ਹੈ। ਪਰ ਆਓ ਇਹਨੂੰ ਹੋਰ ਸਮਝਦੇ ਹਾਂ ਜਸਵੀਰ ਕੌਰ ਜੀ ਕੋਲੋਂ। ਜਸਵੀਰ ਕੌਰ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦੁਨਿਆਵੀ ਸ਼ੁਕਰਾਨਾ ਕੀ ਹੈ, ਤੇ ਸਾਨੂੰ ਫਿਰ ਅਸਲ ਸ਼ੁਕਰਾਨਾ ਕਿਵੇਂ ਕਰਨਾ ਚਾਹੀਦਾ ਹੈ ਤੇ ਉਹਦਾ ਫਲ ਸਾਨੂੰ ਕਿਵੇਂ ਮਿਲਦਾ ਹੈ? ਜੀ, ਸਾਡਾ ਹਰ ਵੇਲੇ ਪਰਮਾਤਮਾ ਨਾਲ ਸ਼ੁਕਰਾਨਾ ਤਾਂ ਬਣ ਸਕਦਾ ਹੈ ਕਿਉਂਕਿ ਪਰਮਾਤਮਾ ਕਿਨਕੇ ਕਿਨਕੇ ਚ ਮੌਜੂਦ ਹੈ। ਜਦੋਂ ਅਸੀਂ ਕਣ ਕਣ ਤੋਂ ਪਰਮਾਤਮਾ ਦੀ ਮੱਤ ਲੈਣ ਜੋਗੇ ਹੋ ਜਾਂਦੇ ਆ, ਉਸ ਗੁਰ ਪ੍ਰਸਾਦ ਨੂੰ ਆਪਣੇ ਅੰਦਰ ਸਮੇਟਣਾ ਚਾਹੁੰਦੇ ਆ, ਤੇ ਅਸੀਂ ਹਰ ਪਲ ਉਹਦਾ ਸ਼ੁਕਰਾਨਾ ਕਰ ਰਹੇ ਹਾਂ। ਉਹ ਰਮਿਆ ਹੋਇਆ ਹੈ ਤੇ ਮੈਨੂੰ ਰਮਿਆ ਹੋਇਆ ਮਹਿਸੂਸ ਵੀ ਤੇ ਹੋਏ, ਉਹ ਅੰਦਰ ਵਸਦਾ ਹੈ ਤੇ ਮੈਨੂੰ ਅੰਦਰ ਵਸਦਾ ਮਹਿਸੂਸ ਵੀ ਤੇ ਹੋਏ। ਜਦੋਂ ਹਰ ਪਲ ਮੇਰੇ ਨਾਲ ਮੈਂ ਰਹਿਣਾ ਚਾਹਨਾ, ਪਹਿਲੇ ਮਨ ਮੰਨੇਗਾ। ਗੁਰੂ ਪਾਤਸ਼ਾਹ ਇਹੀ ਕਹਿੰਦੇ ਨੇ, ਜਾਂ ਕੇ ਮਨ ਲਾਗਾ ਪ੍ਰਭ ਮੀਠਾ। ਜਿਹਨੂੰ ਪ੍ਰਭੂ ਮਿੱਠਾ ਲੱਗਾ, ਪ੍ਰਭੂ ਦੀ ਮੱਤ ਮਿੱਠੀ ਲੱਗੀ, ਪ੍ਰਭੂ ਦੇ ਗੁਣ ਮਿੱਠੇ ਲੱਗੇ, ਉਹੀ ਪ੍ਰਭੂ ਦੇ, ਉਹਨੂੰ ਹੀ ਪ੍ਰਮਾਤਮਾ ਦੇ ਨਾਮ ਦੀ, ਗੁਣਾਂ ਦੀ ਭੁੱਖ ਲੱਗੇਗੀ। ਉਹੀ ਪ੍ਰਮਾਤਮਾ ਦੀ ਮੱਤ ਹਰ ਵੇਲੇ ਲੈਣਾ ਚਾਹੇਗਾ। ਕਿਸੇ ਵੇਲੇ ਹੈ, ਕਿਸੇ ਵੇਲੇ ਨਹੀਂ, ਹਰ ਪਲ, ਕਿਉਂਕਿ ਉਹਨੂੰ ਇਹ ਪਤਾ ਲੱਗੇਗਾ ਬਿਨਾਂ ਮੱਤ ਦੇ ਮੈਂ ਡੋਲਦਾ ਹਾਂ। ਜਦੋਂ ਪਰਮਾਤਮਾ ਦੀ ਮੱਤ ਹੈ ਤਾਂ ਹੀ ਮੈਂ ਹਰ ਥਾਂ, ਹਰ ਵੇਲੇ, ਹਰ ਕਿਸੇ ਨਾਲ ਵਰਤਨ ਵੇਲੇ ਅਡੋਲ ਰਹਿ ਸਕਦਾ, ਔਰ ਅਡੋਲਤਾ ਵਿੱਚ ਮੈਨੂੰ ਸੁੱਖ, ਚੈਨ, ਵਿਸ਼ਰਾਮ ਮਿਲਦਾ ਹੈ। ਜਿਵੇਂ ਗੁਣਾ ਤੋਂ ਹਮੇਸ਼ਾ, ਤਿਲਾਂ ਤੋਂ ਹਮੇਸ਼ਾ ਤੇਲ ਮਿਲਦਾ ਹੈ, ਉਵੇਂ ਗੁਣਾ ਰੂਪੀ ਤਿਲਾਂ ਤੋਂ ਹਮੇਸ਼ਾ ਮਨ ਨੂੰ ਤੇਲ ਮਿਲਦਾ, ਉਹ ਸੌਫਟ ਰਹਿੰਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਸਾਨੂੰ ਕਬੀਰ ਸਾਹਿਬ ਦੀ ਰਚਨਾ ਤੇ, ਕਿ ਜਦੋਂ ਮੈਨੂੰ ਸੱਚਾ ਪ੍ਰੇਮ ਦੀ ਭੁੱਖ ਲੱਗਦੀ ਹੈ ਨਾ, ਜਦੋਂ ਮੈਨੂੰ ਜੋ ਤੈਨੂੰ ਪਿਆਰ ਕਰਨ ਦੀ ਚਾਹ ਆ ਗਈ ਹੈ, ਤੇ ਤੂੰ ਤਿਲਾਂ ਨੂੰ ਤੇਲ ਲਈ ਵਰਤ। ਐ ਨਾ ਹੋਵੇ ਕਾਚੀ ਸਰਸੋਂ ਪੇਲ ਕੇ ਨਾ ਖਲ ਭਈ ਨਾ ਤੇਲ। ਗੁਣ ਪਹਿਲੇ ਲਏਗਾ, ਫਿਰ ਗੁਣਾ ਲਈ ਪਕਿਆਈ ਪ੍ਰਾਪਤ ਹੋਏਗੀ, ਪੱਕੇ ਹੋਏ ਗੁਣਾ ਨਾਲ ਤੈਨੂੰ ਤੇਲ ਪ੍ਰਾਪਤ, ਉਹ ਸਾਡੀ ਮੰਜ਼ਿਲ ਹੋਵੇ, ਉਹ ਸਾਡੀ ਮੰਜ਼ਿਲ ਹੋਵੇ। ਤੇ ਹਰ ਪਲ ਉਹ ਮੰਜ਼ਿਲ ਐ ਨਹੀਂ ਹੈ ਕਿ ਕਦੀ ਆਏਗੀ, ਹੁਣੇ ਮੈਨੂੰ ਤੇਲ ਵੀ ਮਿਲੇਗਾ, ਹੁਣੇ ਮੈਨੂੰ ਘਿਓ ਵੀ ਮਿਲੇਗਾ। ਹਰ ਪਲ ਜਿਵੇਂ ਉਹ ਪਿੰਨ ਚੁੱਭੀ ਹਟਾਈ ਦਰਦ ਤੋਂ ਦੂਰ, ਉਵੇਂ ਹੀ ਤੇ ਗੁਣ ਲਏ ਤੇਲ ਪ੍ਰਾਪਤ ਹੋਇਆ ਜੈ। ਇਸ ਦਾ ਮਤਲਬ ਸੋ ਰਤਨ ਰੂਪ ਸੁਰਤ ਮਤ ਮਨ ਬੁੱਧ ਦਾ ਰਤਨ ਰੂਪ ਹੋ ਕੇ ਅੰਤਰਾਤਮਾ ਵਿੱਚ ਵਸਦੇ ਖਜ਼ਾਨੇ ਰੂਪ ਨਾਲ, ਸੋ ਏਤ ਖਜ਼ਾਨੇ ਲਿਆ ਰਲਾਏ। ਖਜ਼ਾਨੇ ਦੇ ਵਿੱਚ ਗੁਣ ਕਹਿ ਗੁਣੀ ਸਮਾ ਵੜਿਆ। ਇਹ ਸਾਡੀ ਮੰਜ਼ਿਲ। ਹਰ ਵੇਲੇ ਸੱਚ ਨੂੰ ਆਪਣੇ ਸਾਹਮਣੇ ਰੱਖਣਾ, ਸੱਚ ਸਾਹਮਣੇ ਰੱਖਣ ਨਾਲ ਝੂਠ ਵੀ ਖਾਈ ਦਿੰਦਾ ਹੈ, ਨਾਲ ਝੂਠ ਮਿਟਦਾ ਵੀ ਜਾਂਦਾ। ਜੀ ਬਿਲਕੁਲ, ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਜੇਕਰ ਅਸੀਂ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ ਤੇ ਸ਼ੁਕਰਾਨਾ ਕਰਨ ਵੇਲੇ ਸਾਨੂੰ ਇੱਕ ਤਾਂ ਤਰੀਕਾ ਕੀ ਹੈ, ਉਹ ਵੀ ਗੁਰਬਾਣੀ ਸਾਨੂੰ ਬਾਰ-ਬਾਰ ਇਹੀ ਸਮਝਾਉਂਦੀ ਹੈ, ਤੇ ਇਹਦੇ ਲਈ ਸਾਨੂੰ ਇੱਕ ਤਰ੍ਹਾਂ ਦੀ ਇੱਕ ਮਿਹਨਤ ਦੀ ਵੀ ਲੋੜ ਹੈ, ਉਹ ਹੈ ਸਾਡਾ ਸਿਮਰਨ। ਹਾਂ, ਤੇ ਮਿਹਨਤ ਦੀ ਤੁਸੀਂ ਗੱਲ ਕੀਤੀ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਜਦੋਂ ਮਨ ਕੀ ਮਾਤੀ ਚ ਹੁੰਦਾ ਹੈ ਨਾ, ਜਦੋਂ ਦੁਨਿਆਵੀ ਮਾਤੀ ਬੜੀ ਮਿਹਨਤ ਕਰਦਾ ਹੈ, ਔਗੁਣ ਇਕੱਠੇ ਕਰਨ ਵੀ ਤੇ ਤੂੰ ਮਿਹਨਤ ਕਰਦਾ ਹੈ, ਉਧਰ ਕਿਹੜੀ ਮਿਹਨਤ ਕਰਦੇ? ਛੋੜ ਜਾਏ ਤਿਸਕਾ ਸ਼ਰਮ ਕਰੇ। ਸਿਆਣਪਾਂ ਕਿੰਨੀ ਮਿਹਨਤ ਕਰਾਉਂਦੀਆਂ ਨੇ ਮੈਨੂੰ, ਕਿਵੇਂ ਸਫਾਈ ਨਾਲ ਦੂਜੇ ਨੂੰ ਗਲਤ ਪ੍ਰੂਫ ਕਰਾਣਾ, ਮਿਹਨਤ ਨਹੀਂ ਕਰਦੇ ਜੀ। ਤਾਂ ਮਿਹਨਤ ਕਿਹੜੇ ਪਾਸੇ ਕਰਨੀ ਹੈ? ਗੁਰੂ ਪਾਤਸ਼ਾਹ ਕਹਿੰਦੇ ਨੇ ਮਿਹਨਤ ਕਰ ਰਿਹਾ ਹੈ, ਕੋਈ ਢੰਗ ਦੀ ਮਿਹਨਤ ਕਰ ਜੀ। ਸੋ ਇੰਝ ਲੱਗਦਾ ਹੈ ਕਿ ਗੁਰੂ ਦੀ ਮੱਤ ਨਾਲ ਤੇ ਬੜੀ ਮਿਹਨਤ ਕਰਨੀ ਪਏਗੀ। ਗੁਰੂ ਪਾਤਸ਼ਾਹ ਕਹਿੰਦੇ ਨੇ ਔਗੁਣਾਂ ਨੂੰ ਵੇਖਣ ਦੀ ਮਿਹਨਤ ਕਰ ਲੈ, ਗੁਣ ਆਪੇ ਆ ਜਾਣਗੇ। ਤੂੰ ਲੱਭਣਾ ਸ਼ੁਰੂ ਕਰ ਦੇ ਕਿ ਮਨ ਤੇ ਸਹੀ ਮੇਰੇ ਅੰਦਰ ਔਗੁਣ ਹੈ ਨੇ, ਇਹ ਤੇ ਮੰਨਦਾ ਹੀ ਨਹੀਂ ਹੈ, ਇਹ ਤੇ ਸਫਾਈਆਂ ਇਤਨੀਆਂ ਚਲਾਕੀਆਂ ਸਿਆਣਪਾਂ ਨਾਲ ਸਫਾਈਆਂ ਦੇ ਕੇ ਨਿਕਲ ਜਾਂਦਾ ਹੈ। ਨਹੀਂ ਪਤਾ ਉਹ ਸਿਆਣਪਾਂ ਹੀ ਤਾਂ ਮੈਨੂੰ ਦੂਰੀ ਬਣਾ ਰਹੀ ਹੈ। ਸਿਆਣਪਾਂ ਕਰਕੇ ਤੇ ਅਕਿਰਤ ਕਰਨਾ, ਸ਼ੁਕਰਾਨੇ ਦਾ ਆਪੋਜ਼ਿਟ ਵਰਡ ਦਿੱਤਾ ਹੈ ਗੁਰੂ ਪਾਤਸ਼ਾਹ ਨੇ, ਅਕਿਰਤ ਕਰਨਾ। ਜਦੋਂ ਮੈਂ ਮੰਨ ਲਾਂਗਾ ਨਾ ਮੈਂ ਅਕਿਰਤ ਕਰਨ ਹਾਂ, ਤਾਂ ਮੈਂ ਸ਼ੁਕਰਾਨਾ ਕਰਨ ਲਈ ਤੇਰੀ ਮੱਤ ਦੀ ਦਾਤ ਦੀ ਜਾਚਨਾ ਕਰਾਂ। ਬਿਲਕੁਲ, ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਚੇਤਨਾ ਪਏਗਾ, ਆਪਣੇ ਆਪ ਨੂੰ ਚੇਤਾਨਾ ਪਏਗਾ ਆਪਣੇ ਮਨ ਨੂੰ ਕਿ ਸਾਡੇ ਅੰਦਰ ਅਵਗੁਣਾਂ ਦੀ ਕਿੰਨੀ ਮੈਲ ਹੈ,
ਅਸੀਂ ਗੁਣਾਂ ਵੱਲ ਤਦ ਹੀ ਜਾਵਾਂਗੇ ਨਾ ਜਦ ਸਾਨੂੰ ਆਪਣੇ ਅੰਦਰ ਦੇ ਅਵਗੁਣ, ਆਪਣੇ ਅੰਦਰ ਦੇ ਵਿਕਾਰ ਬਾਰੇ ਸਮਝ ਪਏਗੀ ਕਿ ਅਸੀਂ ਕਿਹੜੇ ਪਾਪ ਕਰ ਰਹੇ ਹਾਂ, ਕਿਹੜੇ ਗਲਤ ਕੰਮਾਂ ਵਿੱਚ ਰਹਿ ਕੇ ਅਸੀਂ ਗੁਰੂ ਤੇ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ। ਜਦ ਸਾਡੇ ਮਨ ਵਿੱਚ ਇਸੇ ਪਛਤਾਵੇ ਦੀ ਭਾਵਨਾ ਆ ਜਾਏਗੀ ਤਦ ਇਹ ਪਛਤਾਵੇ ਦੀ ਭਾਵਨਾ ਹੁਕਮ ਮੰਨਣ ਦੀ ਭਾਵਨਾ ਵਿੱਚ ਕਨਵਰਟ ਹੋ ਜਾਏਗੀ ਤੇ ਜਦ ਅਸੀਂ ਹੁਕਮ ਮੰਨਣ ਲੱਗ ਪਾਂਗੇ ਤੇ ਸ਼ੁਕਰਾਨਾ ਸਾਡੇ ਮਨ ਵਿੱਚ ਆਪਣੇ ਆਪ ਇੱਕ ਖੇੜੇ ਦੇ ਰੂਪ ਵਿੱਚ ਆ ਜਾਏਗਾ। ਤਦ ਅਸੀਂ ਗੁਰੂ ਦੇ ਹਰ ਹੁਕਮ ਨੂੰ ਸੱਚ ਕਰਕੇ ਮੰਨਾਂਗੇ। ਇਹੀ ਸਾਨੂੰ ਇਤਿਹਾਸ ਵੀ ਸਾਨੂੰ ਇਹੀ ਸਮਝਾਉਂਦਾ ਹੈ, ਗੁਰਬਾਣੀ ਵੀ ਇਹੀ ਸਮਝਾਉਂਦੀ ਹੈ ਕਿ ਕਿਸ ਤਰ੍ਹਾਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਤੇ ਉਸੇ ਦੀ ਰਜ਼ਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਹੈ। ਤੇ ਸਾਧ ਸੰਗਤ ਜੀ, ਆਓ ਹੁਣ ਅਸੀਂ ਆਪਣੇ ਧਰਮ ਵਿਚਾਰ ਨੂੰ ਇੱਥੇ ਸੰਕੋਚਨੇ ਹਾਂ ਤੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਸ਼੍ਰੀ ਦਰਬਾਰ ਸਾਹਿਬ ਤੋਂ ਬਖਸ਼ਿਸ਼ ਹੋਏ ਹੁਕਮਨਾਮੇ ਦੇ ਵਿਚਾਰ ਨੂੰ ਸਰਵਣ ਕਰਦੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਹੁਕਮਨਾਮੇ ਦੀ ਅਰਥ ਨੂੰ ਸਮਝ ਸਕੀਏ ਤੇ ਉਸ ਤੇ ਅਮਲ ਕਰ ਸਕੀਏ। ਆਓ ਸ਼ਰਵਣ ਕਰਦੇ ਹਾਂ ਗੁਰ ਪ੍ਰਸਾਦ ਰੂਪੀ ਪਾਵਨ ਹੁਕਮਨਾਮਾ। ਨਾਮ ਸਤਨਾਮ ਜੀ, ਵਾਹਿਗੁਰੂ 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 ਜੀ। ਵਡਹੰਸ ਮਹਿਲਾ ਪੰਜਵਾਂ ਘਰ ਦੂਜਾ। ਵਡਹੰਸ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੂਜੇ ਘਰ ਦੇ ਤਾਲ ਦੀ ਪਿੱਚ ਦੇ ਨਾਲ ਸਾਨੂੰ ਸੰਬੋਧਿਤ ਕਰਦੇ ਹੋਏ ਪਹਿਲੇ ਪਦੇ ਵਿੱਚ ਕਹਿੰਦੇ ਨੇ, ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹੋ ਕਿਉਂ ਪਾਈ ਗੁਰਪੂਰੇ। ਜਦੋਂ ਅੰਦਰ ਲੋਚਾ, ਇੱਛਾ, ਚਾਹ ਜਾਗਰਤ ਹੋ ਜਾਂਦੀ ਹੈ ਕਿ ਪਿਆਰੇ ਨੂੰ ਮਿਲਣਾ ਹੈ, ਉਹਦੀਆਂ ਨਿਸ਼ਾਨੀਆਂ ਦੱਸ ਰਹੇ ਨੇ ਕਿ ਮੈਂ ਕਿਵੇਂ ਗੁਰੂ ਨੂੰ ਪ੍ਰਾਪਤ ਕਰਾਂ। ਜੇ ਸੋ ਖੇਲ ਖਿਲਾਈਏ ਬਾਲਕ ਰਹਿ ਨਾ ਸਕੇ ਬਿਨ ਖੀਰੇ। ਜਿਵੇਂ ਇੱਕ ਬੱਚਾ ਇਤਨੇ ਸਾਰੇ ਖੇਡਣ ਦੇ ਉਹਨੂੰ ਖਿਡੌਣੇ ਦੇ ਦਈਏ ਪਰ ਬਿਨਾਂ ਦੁੱਧ ਦੇ ਰਹਿ ਨਹੀਂ ਸਕਦਾ, ਇਸੇ ਤਰੀਕੇ ਨਾਲ ਜਦ ਇਹ ਮਨ ਰੂਪੀ ਬੱਚਾ ਬਾਹਰ ਦੇ ਦੁਨਿਆਵੀ ਖੇਡ ਤਮਾਸ਼ੇ, ਖਾਣ ਪੀਣ, ਚਾਹ ਤੋਂ ਜਿਤਨਾ ਮਰਜ਼ੀ ਉਹਨੂੰ ਕਰਦੀ ਹੈ ਤੇ ਉਹਨੂੰ ਲੱਗਦਾ ਹੈ ਕਿ ਮੈਂ ਰੱਜਿਆ ਨਹੀਂ, ਮੈਂ ਸੰਤੁਸ਼ਟ ਨਹੀਂ ਹੋ ਸਕਦਾ, ਤਾਂ ਮਨ ਵਿੱਚ ਪਰਮਾਤਮਾ ਦੀ ਮੱਤ ਰੂਪੀ ਦੁੱਧ ਦਾ ਆਸ਼ਕ ਬਣਦਾ ਹੈ। ਮੇਰੇ ਅੰਤਰ ਭੁੱਖ ਨਾ ਉਤਰੇ ਅੰਮਾਲੀ, ਜੇ ਸੋ ਭੋਜਨ ਮੈਂ ਨੀਰੇ। ਮੈਂ ਇਤਨੇ ਔਗਣਾ ਰੂਪੀ ਭੋਜਨ ਖਾਦੇ, ਲਾਇਤ ਬਾਰੀ ਖਾਈ ਤੇ ਪਰ ਮੇਰਾ ਮਨ ਨੂੰ ਧੀਰਜ ਪ੍ਰਾਪਤ ਨਹੀਂ ਹੋਇਆ। ਹੁਣ ਮੈਨੂੰ ਧੀਰਜ ਕਿੱਥੋਂ ਮਿਲਦਾ ਹੈ? ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾ। ਜਿਹੜਾ ਗਿਆਨ ਦਾ ਭੋਜਨ, ਸੱਚ ਦਾ ਭੋਜਨ, ਉਸ ਨਿਰਾਕਾਰ ਦੀ ਨਿਰਲੇਪਤਾ ਦੀ ਮੱਤ ਦਾ ਭੋਜਨ ਖਾਂਦਾ ਹੈ, ਉਸੇ ਨੂੰ ਧੀਰਜ ਪ੍ਰਾਪਤ ਹੁੰਦਾ ਹੈ। ਦੂਸਰੇ ਪਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ, ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲੋ ਮਿੱਤਰ ਸੁਖ ਦਾਤਾ। ਉਸ ਪਿਆਰੇ ਨੂੰ ਮਿਲਣ ਦੀ ਤਾਂਘ ਕਿਉਂ ਪ੍ਰਾਪਤ ਹੋਈ ਹੈ? ਕਿਉਂਕਿ ਉਹ ਦਾਤਾ ਕੀ ਹੈ? ਸੁੱਖਾਂ ਦਾ ਦਾਤਾ ਹੈ। ਉਹ ਮੈਨੂੰ ਸਦੀਵੀ ਸੁਖ, ਸੁਖੀ ਬਸੇ ਮਸਕੀਨੀਆਂ ਵਾਲਾ ਸੁਖ ਦਿੰਦਾ ਹੈ। ਉਹ ਜੀ ਕੀ ਮੇਰੀ ਸਭ ਬੇਦਨ ਜਾਣੇ, ਨਿਤ ਸੁਣਾਵੇ ਹਰ ਕੀਆਂ ਬਾਤਾਂ। ਉਹ ਮੇਰੇ ਜੀ ਦੀ ਬੇਦਨ ਜਾਣਦਾ ਹੈ, ਪੀੜਾ ਜਾਣਦਾ ਹੈ ਕਿ ਔਗਣਾ ਕਰਕੇ ਜਿਹੜੇ ਮੇਰੇ ਮਨ ਵਿੱਚ ਦਰਦ ਹੁੰਦੀ ਹੈ, ਉੱਥੋਂ ਉਸ ਦਰਦ ਤੋਂ ਇਲਾਜ ਕਰਾਉਣ ਲਈ ਮੈਨੂੰ ਆਪਣੀ ਸੁਚੱਜੀ ਮੱਤ ਦੀ ਦਾਤ ਦਿੰਦਾ ਹੈ। ਹੋ ਖਿਨ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ, ਜਿਉ ਚਾਤਰਕ ਜਲ ਕੋ ਬਿਲ ਲਾਤਾ। ਜਿਵੇਂ ਚਾਤਰਕ ਅੰਮ੍ਰਿਤ ਬੂੰਦ ਲਈ ਬਿਲ ਲਾਂਦਾ ਹੈ, ਉਵੇਂ ਮਨ ਸਤਿਗੁਰ ਦੀ ਮੱਤ ਦੇ ਨਾਮ ਰੂਪੀ ਅੰਮ੍ਰਿਤ ਨੂੰ, ਗੁਣਾ ਰੂਪੀ ਅੰਮ੍ਰਿਤ ਲਈ ਤਰਸਦਾ ਹੈ। ਹੋ ਕਿਆ ਗੁਣ ਤੇਰੇ ਸਾਥ ਸੰਭਾਲੀ, ਮੈਂ ਨਿਰਗੁਣ ਕੋ ਰੱਖ ਲੇਤਾ। ਮੈਂ ਨਿਰਗੁਣਿਆ ਰਹਾ, ਤੇਰੇ ਗੁਣ ਹੀ ਮੈਨੂੰ ਮਦਦ ਕਰਦੇ ਨੇ, ਮੇਰੀ ਰੱਖਿਆ ਕਰਦੇ ਨੇ। ਹੋ ਭਈ ਉਡੀਣੀ ਕੰਤ ਕੋ ਅੰਮਾਲੀ, ਸੋ ਫਿਰ ਕਦ ਦੇ ਨੈਣੀ ਦੇਖਾਂ। ਫਿਰ ਨੂੰ ਪਰਮਾਤਮਾ ਨੂੰ, ਪਤੀ ਨੂੰ ਦੇਖਣ ਲਈ ਉਡੀਕਦੀ ਪਈ ਹੈ। ਦੇਖਣ ਲਈ ਕੀ ਕਰੇਗੀ? ਮਨ ਨੂੰ ਸੁੱਤੇਪਨ ਦਾ ਅਹਿਸਾਸ ਹੋਏਗਾ। ਮੈਂ ਕਿੱਥੇ ਸੋ ਜਾਣਾ ਵਾਂ, ਮੈਨੂੰ ਕਿਹੜੀ ਅਗਿਆਨਤਾ, ਕਿਹੜੇ ਔਗਣ ਮੈਨੂੰ ਸੁਆ ਦਿੰਦੇ ਨੇ। ਮੇਰੀਆਂ ਇੰਦਰੀਆਂ ਸੋ ਜਾਂਦੀਆਂ ਨੇ, ਮੇਰੇ ਅੱਖ ਸੋ ਜਾਂਦੇ ਨੇ ਨਿੰਦਾ ਵਿੱਚ, ਚੁਗਲੀ ਵਿੱਚ। ਸਭ ਰਸ ਭੋਗਣ ਵਿਸਰੇ, ਬਿਨ ਫਿਰ ਕਿਤੇ ਨਾ ਲੇਖਾਂ। ਇਹਨਾਂ ਰਸਾਂ ਨੂੰ, ਨਿੰਦਾ, ਚੁਗਲੀ, ਗਿਲੇ ਸ਼ਿਕਵੇ, ਦਿਖਾਵੇ ਦੇ ਰਸਾਂ ਨੂੰ ਜਿਹੜਾ ਮੈਂ ਭੋਗ ਰਿਹਾ ਸੀ, ਮੈਨੂੰ ਸਮਝ ਪੈ ਗਈ ਉਹ ਕਿਸੇ ਲੇਖੇ ਨਹੀਂ, ਕਿਸੇ ਕੰਮ ਨਹੀਂ। ਇਹ ਕਾਪੜ ਤਨ ਨਾ ਸੁਖਾਵੇ, ਕਰ ਨਾ ਸਕੂੰ ਹੋਵੇ ਸਾਂ। ਜਿਹੜਾ ਮੈਂ ਪਖੰਡ ਦਾ ਕੱਪੜਾ ਪਾਇਆ ਹੋਇਆ ਸੀ, ਦਿਖਾਵੇ ਰੂਪੀ ਕੱਪੜਾ ਸੀ, ਨਿਰਮਲ ਮਤ ਨੂੰ
दूर रहन वाला कपड़ा, जिन्नी सखी लाल रावा प्यारा, तिन आगे हम आदेसा। ओ सखी कौन है, ओ सहेली कौन है? गुरु पातशाह कहंदे ने जिਉ पुरखे कर भगती नार है। ओ भगती नार हुण जदों मेरी सहेली बन गई तां मैं प्रीतम प्यारे नूं मिलन लई आस मेरे अंदर पैदा हुई। जिच्चर दूजा, हुण गुरु पातशाह कंक्लूड करदे ने पंजवें पदे, जिच्चर दूजा परम सा अमाली, तिच्चर मैं जानिया प्रभ दूरे। परमात्मा नूं दूर समझिया कदों, जदों मेरे अंदर परम सी। सॉरी, मैं सब श्रृंगार बनाया अमाली, बिन फिर कामना आए। जदों मैं मन की मत दुनियावी मत नाल चलदी हां ते मैं बाहरी श्रृंगार बनांदी रहंदी हां, मैं लोक दिखावे वाले श्रृंगार बनांदी रहनी हां, पर ओ मिलन दे रस्ते विच मैनू काम ना आए। जा शै बात ना पुछिया अमाली, तां बिरथा जोबन सब जाए। मैं औगुण इकट्ठे करदी पई सी, पर ओ वाले औगुण मैनू किसे काम ना आए। तन तन ते सुहागणी अमाली, जिन श्यारिया समाए। हो वारिया तिन सुहागणी अमाली, तिनके तोवा सद पाए। ओ सुहागणी ही धनता योग है। केड़ी सुहागणी? परमात्मा दी दित्ती हुई मत, जिहड़ी सदा सुहागण भगती नार है, ओही असल विच सुचज्जी है, जिन्हें मैनू शो दिखाया कि ओ किनके किनके विच समाया होया है। पंजवें पदे गुरु पातशाह कहंदे ने, जिच्चर दूजा परम सा अमाली, तिच्चर मैं जानिया प्रभ दूरे। प्रभु तो दूर रहन दा मैनू कारण समझ आ गया कि मेरा परम मैनू परमात्मा तो दूर करदा है। परम किनू कहंदे ने? परम दा मैना भुलेखा नहीं हुंदा। परम दा मतलब सियाणपा है। जदों मैं सियाणपा विच परमात्मा नू सुनदी ही नहीं, की कहनी आ कि मैनू ते मैं ते पहला ही सियाणी आ। सियाणी ने सामने किनू सुनना है? सियाणेपन करके जदों मैं किसे दी गल सुनदी ही नहीं, ओ सियाणपा मेरे अंदर भरम बना देंदियां ने, मन दा करता भाव बना देंदियां ने। इस करके मेरी दूरी बनी हुई सी। जा मिलिया पूरा सतगुर अमाली, तां आसा मनसा सब पूरे। केड़ी आसा मनसा? मिलन दी आस पूरी होई जदों मैनू सतगुरु प्राप्त होया। मैं सर्व सुखा सुख पाया अमाली। सर्व सुखा सदीवी सुख, अडोलता, चैन, विश्राम दा सुख मैनू प्राप्त होया। फिर सरब रहा भरपूरे, जदों परमात्मा मैनू सारियां विच वसिया होया महसूस होया। जन नानक हर रंग माणिया अमाली। जदों परमात्मा नू वसिया महसूस होया ते परमात्मा दे गुण मेरे अंदर रंगत पक्याई दी देंदे ने। गुर सतगुर के लग पैरे। ए गुणा दी रंगत प्राप्त होंदी है जदों मैं सतगुर दी शरण विच सदा रहना। सवाल है वो है, नदर उपट्ठी जे करे सुल्ताना काव कराएगा। इस तो की भाव है जी? ਇਹ ਜਿਹੜੀ ਪੰਕਤੀ ਹੈਗੀ ਹੈ, ਇਹ ਸਾਡੀ ਅਸੀਂ ਰੋਜ਼ ਆਸਾ ਕੀ ਵਾਰੀ ਸੁਣਦੇ ਆ। ਅਸ਼ਪਦੀ ਪੌੜੀ 16 ਦੇ ਅੰਦਰ ਤੇ ਇਹਦੇ ਵਿੱਚ ਗੁਰੂ ਪਾਤਸ਼ਾਹ ਇਹ ਪੌੜੀ ਦੀ ਆਖਰੀ ਪੰਕਤੀ 'ਚ ਤੇ ਗੁਰੂ ਪਾਤਸ਼ਾਹ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਨਦਰ ਉਪੱਠੀ ਜੇ ਕਰੇ। ਨਦਰ ਉਪੱਠੀ ਕਿਹਨੇ ਕੀਤੀ ਹੈ? पहले जदों पौड़ी की पहली पंक्ति पढ़ते हो कहते चित्ते अंदर सब को वेख नदरी हेठ चलांदा। ओ ते सारियां नू नदर हेठ चलांदा है, पर नदर उपट्ठी किन्ने कर लिती? सुल्तान ने। सुल्तान कौन है? मन ने अपने सुल्तान पुणे करके परमात्मा जिहड़ा नदर हेठा चला रहा सी उस तो अपनी मूंह नू पुट्ठा कर लिता। जिवें असीं समझने आ कि जदों मन शरण विच नहीं है तां की कर रहा है? पिठ दे रहा है। तद की कर रहा है? निंदा कर रहा है। जिस मन ने अपने सुल्तान पुणे करके परमात्मा दी मत तो अपना मुंह परे कर लिता, नदर उपट्ठी जे करे सुल्ताना घा कराएंदा। ओ घा कराण वाले काम करदा है। ओ घा कराण वाले काम गुरु पातशाह श्लोक ही समझांदे ने। केड़े? छोड़ीले पाखंडा। पाखंड वाले काम, पाखंड निर्मल मत नू खंडन करन वाले जेड़े तू काम करदा है ओनू कहंदे ने नदर उपट्ठी करना। ओदे करके की होया? दर मंगन भिख ना पाएंदा। दर ते अपने सुल्तान पुरे करके दर ते सच्ची मत दी भिखिया लैन जांदा ही नहीं है।
ਸੋ ਗੁਰੂ ਪਾਤਸ਼ਾਹ ਸਾਨੂੰ ਜੋ ਪੌੜੀ ਚ ਕਹਿੰਦੇ ਨੇ, ਨਾਲ ਸ਼ਲੋਕਾਂ ਚ ਦੱਸਦੇ ਹੋਏ ਕਹਿੰਦੇ ਨੇ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਆ ਭਰਪੂਰ। ਕੂੜ ਭਰਪੂਰ ਹੋਇਆ, ਕੂੜ ਘਾਹ ਕਰਾਇੰਦਾ ਵਾਲੇ ਕੰਮ ਨੇ। ਜਦੋਂ ਔਗੁਣ ਇਕੱਠੇ ਕਰਦਾ ਹੈ ਤੇ ਘਾਹ ਕਰਾਇੰਦਾ ਵਾਲੇ ਕੰਮ ਕਰ ਲੈਣਾ, ਕਿਉਂਕਿ ਤੂੰ ਐਸੋ ਰਾਜ ਨਾ ਕਿਤੇ ਕਾਜ, ਜਿਤ ਨਹਿ ਤ੍ਰਿਪਤਾਵੇ। ਮਨ ਸੁਲਤਾਨ ਬਣਿਆ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਰਹਿੰਦਾ ਹੈ, ਪੁੱਠੀ ਨਜ਼ਰ ਕਰਕੇ ਘਾਹ ਕਰਾਇੰਦਾ ਵਾਲੇ ਕੰਮ ਕਰਨ ਕਰ। ਜੀ ਬਿਲਕੁਲ ਸਾਧ ਸੰਗਤ ਜੀ, ਤੇ ਜਿਹੜਾ ਸਾਡੇ ਕੋਲ ਅਗਲਾ ਸਵਾਲ ਆਇਆ ਹੈ ਉਹ ਆਇਆ ਹੈ ਕਿ ਸੁਖਮਨੀ ਸਾਹਿਬ ਵਿੱਚ ਕਿਹੜੇ 4 ਪਦਾਰਥਾਂ ਦੀ ਗੱਲ ਕੀਤੀ ਗਈ ਹੈ, ਤੇ ਇਹ ਮਨਜੋਤ ਕੌਰ ਸਿੰਘ ਜੀ ਨੇ ਦਿੱਲੀ ਤੋਂ ਪੁੱਛਿਆ ਹੈ। ਮਨਜੋਤ ਸਿੰਘ ਜੀ, 4 ਪਦਾਰਥ ਦੀ ਜਿਹੜੀ ਗੱਲ ਅਗਰ ਅਸੀਂ ਸੁਖਮਨੀ ਸਾਹਿਬ ਤੋਂ ਸਮਝੀਏ ਤੇ ਤੀਜੀ ਅਸ਼ਟਪਦੀ 'ਚ ਗੁਰੂ ਪਾਤਸ਼ਾਹ 4 ਪਦਾਰਥਾਂ ਦੀ ਗੱਲ ਛੇੜ ਕੇ ਫਿਰ 24 ਅਸ਼ਟਪਦੀ 'ਚ ਦੱਸਦੇ ਨੇ ਕਿ 4 ਪਦਾਰਥ ਕਮਲ ਪ੍ਰਗਾਸ। ਜਿਵੇਂ ਆਮ ਦੁਨੀਆ ਵਿੱਚ, ਪਹਿਲਾਂ ਧਰਮ ਦੀ ਦੁਨੀਆ ਵਿੱਚ ਕਿਹਾ ਜਾਂਦਾ ਸੀ ਕਿ 4 ਪਦਾਰਥ ਨੇ, ਧਰਮ, ਅਰਥ, ਕਾਮ, ਮੋਖ। ਗੁਰੂ ਪਾਤਸ਼ਾਹ ਇਸ ਨੂੰ ਸਾਨੂੰ ਗੁਰਬਾਣੀ ਦੀ ਛਤਰ ਛਾਇਆ ਵਿੱਚ ਇਹ ਸਮਝਾਉਂਦੇ ਨੇ, ਧਰਮ ਕੀ ਹੁੰਦਾ ਹੈ? ਸਗਲ ਧਰਮ ਮੈਂ ਸ਼ੇਸ਼ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਫਿਰ ਨਿਰਮਲ ਕਰਮ ਵੀ ਗੁਰੂ ਪਾਤਸ਼ਾਹ ਦੱਸਦੇ ਨੇ ਅਗਲੀ ਪੰਕਤੀ 'ਚ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਨਿਰਮਲ ਕਰਮ ਕੀ ਹੈ? ਹਰ ਵੇਲੇ ਆਪਣੀ ਦੁਰਮਤ ਤੋਂ ਦੂਰ ਰਹਿਣਾ। ਪ੍ਰਾਪਤ ਕੀ ਹੋਏਗਾ? ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੈ ਘਟ ਵਸੇ ਹਰ ਨਾਮ। ਐਸੇ ਨੂੰ 24 ਅਸ਼ਟਪਦੀ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ, ਉੱਥੇ ਜਾ ਕੇ ਕੀ ਕਹਿੰਦੇ ਨੇ? ਸਭ ਤੇ ਊਚ ਪਾਏ ਅਸਥਾਨ। ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਸੁਖਮਨੀ ਸਾਹਿਬ ਵਿੱਚ ਸ਼ੁਰੂਆਤ ਵਿੱਚ ਛੇੜੀ ਹੈ, ਆਖਰੀ ਅਸ਼ਟਪਦੀ 'ਚ 24 ਅਸ਼ਟਪਦੀ 'ਚ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ। ਉੱਥੇ ਕਹਿੰਦੇ ਨੇ 4 ਪਦਾਰਥ ਕਮਲ ਪ੍ਰਗਾਸ। 4 ਪਦਾਰਥਾਂ ਪ੍ਰਾਪਤ ਕਰਨ ਨਾਲ ਮੈਨੂੰ ਹਿਰਦੇ ਦਾ ਖਿੜਿਆ ਹੋਇਆ ਕਮਲ ਪ੍ਰਕਾਸ਼ ਦੇ ਰੂਪ ਵਿੱਚ ਮਹਿਸੂਸ ਹੋਇਆ। ਹੁਣ ਧਰਮ ਕੀ ਦੱਸ ਦਿੱਤਾ ਗੁਰੂ ਪਾਤਸ਼ਾਹ ਨੇ? ਸੱਚਾ ਧਰਮ ਕਿਹੜਾ? ਸਭ ਤੇ ਊਚ ਪਾਏ ਅਸਥਾਨ। ਇਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਗਿਆਨ ਪਦਾਰਥ। ਦੂਜਾ ਗੁਰੂ ਪਾਤਸ਼ਾਹ ਕਹਿੰਦੇ ਨੇ ਅਰਥ। ਅਰਥ ਦੁਨੀਆ ਵਿੱਚ ਕਿਹਨੂੰ ਕਹਿੰਦੇ ਸੀ? ਧਨ ਦੌਲਤ ਨੂੰ। ਗੁਰਬਾਣੀ ਧਨ ਦੌਲਤ ਕਿਹਨੂੰ ਕਹਿੰਦੀ ਹੈ? ਉਹ ਅਮੀਰੀ ਕਿਹਦੇ ਨਾਲ ਮੈਨੂੰ ਪ੍ਰਾਪਤ ਹੋਈ? ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੇ ਸੁਹੋਤ ਨਿਧਾਨ। ਖਜ਼ਾਨਾ ਬਣਨਾ, ਖਜ਼ਾਨਾ ਪ੍ਰਾਪਤ ਹੋਣਾ ਕੀ ਹੈ? ਅਰਥ। ਉਹਨੂੰ ਕਹਿੰਦੇ ਨੇ ਰਤਨ ਪਦਾਰਥ। ਤੀਸਰਾ ਕਹਿੰਦੇ ਨੇ ਕਾਮ। ਗੁਰੂ ਪਾਤਸ਼ਾਹ ਨੇ ਇਹਨੂੰ ਕਾਮ ਕੀ ਦੱਸਿਆ ਸਾਨੂੰ? ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਦਾਨ ਪੁਰਖ ਪ੍ਰਗਟ ਸਭ ਲੋਏ। ਸੁਖਮਨੀ ਸਾਹਿਬ ਵਿੱਚ ਤੀਜੇ ਪਦੇ 'ਚ ਗੱਲ ਛੇੜ ਕੇ ਫਿਰ ਨਾਲ ਨਾਲ ਹਰ ਅਸ਼ਟਪਦੀ ਸਾਨੂੰ ਸਮਝਾਉਂਦੇ ਹੋਏ ਕਿੱਥੇ ਲੈ ਕੇ ਜਾ ਰਹੇ ਨੇ ਗੁਰੂ ਪਾਤਸ਼ਾਹ? ਆਖਰੀ ਅਸ਼ਟਪਦੀ ਵਿੱਚ 6ਵੇਂ 5ਵੇਂ 6ਵੇਂ ਪਦੇ ਵਿੱਚ ਉਹ ਇਹ ਫਲ ਤਿਸ ਜਨ ਕੇ ਮੁਖ ਭਨੇ। ਉਹ ਫਲ ਕਿਹੜੇ ਦੱਸੇ ਨੇ? ਖੇਮ, ਸ਼ਾਂਤ, ਰਿੱਧ, ਨਵ, ਨਿੱਧ, ਗਿਆਨ, ਸ੍ਰੇਸ਼ਟ, ਉੱਤਮ ਇਸ਼ਨਾਨ ਵਾਲਾ ਸਾਨੂੰ ਪਦਾਰਥ ਪ੍ਰਾਪਤ ਹੋਇਆ। ਇਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਪਦਾਰਥ। ਫਿਰ ਗੁਰੂ ਪਾਤਸ਼ਾਹ ਚੌਥਾ ਪਦਾਰਥ ਕੀ ਹੁੰਦਾ ਹੈ? ਮੋਖ, ਮੁਕਤੀ। ਉਹਨੂੰ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ? ਬੋਹਰ ਨਾ ਹੋਵੇ ਤੇਰਾ ਆਮਨ ਜਾਨ। ਸਭ ਤੇ ਊਚ ਪਾਏ ਅਸਥਾਨ, ਬੋਹਰ ਨਾ ਹੋਵੇ ਆਮਨ ਜਾਨ। ਆਮਨ ਜਾਨ ਨੂੰ ਰਹਾਉ ਦੀ ਪੰਕਤੀ ਨਾਲ ਦੇਖੀਏ। ਰਹਾਉ ਦੀ ਪੰਕਤੀ ਕਹਿੰਦੇ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਵਿਸ਼ਰਾਮ ਵਾਲਾ ਮਨ, ਆਮਨਾ ਜਾਵਨਾ, ਆਮਨਾ ਜਾਵਨਾ ਡੋਲਣਾ। ਮੁਕਤੀ ਕਿੱਥੋਂ ਹੋ ਗਈ? ਡੋਲਣ ਤੋਂ। ਸੋ ਸਾਨੂੰ 4 ਪਦਾਰਥ ਕਿਹੜੇ ਮਿਲੇ? ਗਿਆਨ ਪਦਾਰਥ, ਰਤਨ ਪਦਾਰਥ, ਨਾਮ ਪਦਾਰਥ, ਮੁਕਤ